लूका 7 हाँ 7:1 वो अपनियां सारियां गल्लां लोकां दे कन्नी पा चुकिया तां कफरनहूम विच आया ते किसी सूबेदार दा नौकर ਜਿਹੜਾ ਉਹਦਾ ਬਹੁਤ ਪਿਆਰਾ ਸੀ ਰੋਗ ਨਾਲ ਮਰਨਾਉ ਸੀ। ਉਹਨੇ ਯਿਸੂ ਦੀ ਖਬਰ ਸੁਣ ਕੇ ਯਹੂਦੀਆਂ ਦੇ ਕਈਆਂ ਬਜ਼ੁਰਗਾਂ ਨੂੰ ਉਹਦੇ ਕੋਲ ਘੱਲਿਆ ਅਤੇ ਉਸ ਅੱਗੇ ਅਰਜ਼ ਕੀਤੀ ਜੋ ਆਣ ਕੇ ਮੇਰੇ ਨੌਕਰ ਨੂੰ ਬਚਾ। ਸੋ ਜਾਂ ਉਹ ਯਿਸੂ ਦੇ ਕੋਲ ਅਪੜੇ ਉਹਨਾਂ ਨੇ ਉਸ ਦੀ ਵੱਡੀ ਮਿਹਨਤ ਕਰਕੇ ਆਖਿਆ ਬਈ ਉਹ ਇਸ ਲਾਇਕ ਹੈ ਜੇ ਤੂੰ ਉਹਦੇ ਲਈ ਇਹ ਕੰਮ ਕਰੇ ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਨਾਲੇ ਉਹਨੇ ਆਪ ਸਾਡੇ ਲਈ ਸਮਾਜ ਮੰਦਰ ਬਣਾਇਆ ਹੈ। ਯਿਸੂ ਉਹਨਾਂ ਦੇ ਨਾਲ ਚਲਿਆ ਗਿਆ ਔਰ ਜਾਂ ਉਹ ਘਰ ਦੇ ਨੇੜੇ ਆਇਆ ਤਾਂ ਸੂਬੇਦਾਰ ਨੇ ਮਿੱਤਰਾਂ ਦੇ ਰਾਹੀਂ ਉਹਨੂੰ ਕਿਹਾ ਭੇਜਿਆ ਵੀ ਪ੍ਰਭੂ ਜੀ ਖੇਚਲ ਨਾ ਕਰ ਕਿਉਂਕਿ ਮੈਂ ਇਸ ਲਾਇਕ ਨਹੀਂ ਜੋ ਤੂੰ ਮੇਰੀ ਛੱਤ ਹੇਠ ਆਵੀਂ। ਇਸੇ ਕਾਰਨ ਮੈਂ ਆਪਣੇ ਤਾਈਂ ਤੇਰੇ ਕੋਲ ਆਉਣ ਦੇ ਵੀ ਯੋਗ ਨਾ ਸਮਝਿਆ ਪਰ ਤੂੰ ਮੇਰਾ ਵਚਨ ਹੀ ਉਚਾਰ ਤਾਂ ਮੇਰਾ ਸ਼ੁਕਰਾ ਚੰਗਾ ਹੋ ਜਾਏਗਾ। ਆਮੀਨ। ਕਿਉਂ ਜੋ ਮੈਂ ਵੀ ਇੱਕ ਮਨੁੱਖ ਦੂਏ ਦੇ ਹੁਕਮ ਦੇ ਵਿੱਚ ਕੀਤਾ ਹੋਇਆ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖਤਿਆਰ ਵਿੱਚ ਰੱਖਦਾ ਹਾਂ ਔਰ ਇੱਕ ਨੂੰ ਆਖਦਾ ਹਾਂ ਜਾ ਤਾਂ ਉਹ ਜਾਂਦਾ ਹੈ ਅਤੇ ਦੂਏ ਨੂੰ ਕਿ ਆ ਤਾਂ ਉਹ ਆਉਂਦਾ ਹੈ ਔਰ ਉਹ ਆਪਣੇ ਨੌਕਰ ਨੂੰ ਕਿ ਇਹ ਕਰ ਤਾਂ ਉਹ ਕਰਦਾ ਹੈ। ਤੇ ਯਿਸੂ ਨੇ ਉਹਨਾਂ ਗੱਲਾਂ ਨੂੰ ਸੁਣ ਕੇ ਉਸ ਤੇ ਅਚਰਜ ਮੰਨਿਆ ਅਤੇ ਉਸ ਭੀੜ ਦੀ ਵੱਲ ਜੋ ਉਹਦੇ ਮਗਰ ਚਲੀ ਆਉਂਦੀ ਸੀ ਮੁੜ ਕੇ ਕਿਹਾ ਮੈਂ ਤੁਹਾਨੂੰ ਆਖਦਾ ਹਾਂ ਜੋ ਇਸਰਾਇਲ ਦੇ ਵਿੱਚ ਵੀ ਮੈਂ ਏਡੀ ਵੱਡੀ ਨੇਚਾ ਨਹੀਂ ਵੇਖੀ। ਜੋ ਭੇਜੇ ਗਏ ਸਨ ਉਹਨਾਂ ਘਰ ਮੁੜ ਕੇ ਉਸ ਨੌਕਰ ਨੂੰ ਚੰਗਿਆ ਹੋਇਆ ਦੇਖਾ। आमीन। परमेश्वर अपने वचन दे पढ़े जान ते बरकत दे। आमीन। सो सारे कार्यक्रम एजेंसी दी प्रभु बहुत बरकत दे कार्यक्रम। आमीन। तो धन्यवाद करते हैं प्रभु यीशु मसीह का इस मौके के लिए कि सारे खुश हो। सो नबी ने एक संदेश प्रचार किया परमेश्वर कौन है ਉਹਦੇ ਵਿੱਚ ਅਸੀਂ ਗੱਲ ਕਰਨੀ ਚਾਹੁੰਦੇ ਹਾਂ परमेश्वर कौन है। ਤੇ ਤੁਸੀਂ ਜਾਣਦੇ ਹੋ ਜਿੱਦਾਂ ਸਾਡੇ ਸਾਰੇ ਸਮਾਜ ਦੇ ਵਿੱਚ ਵੱਖੋ ਵੱਖ ਧਰਮਾਂ ਦੇ ਵਿਚਾਰ ਆ ਔਰ ਇਹ ਨਬੀ ਇਸ ਧਰਤੀ ਤੇ ਸੀ ਉਹਨੇ ਪ੍ਰਚਾਰ ਕੀਤੇ ਔਰ ਉਹਨੇ ਸਾਨੂੰ ਦੱਸਿਆ ਕਿ 900 ਤੋਂ ਵੱਧ ਜਥੇਬੰਦੀਆਂ ਹਾਂਜੀ ਪਰ ਅੱਜ ਦੀ ਤਰੀਕ ਦੇ ਵਿੱਚ 35000 ਤੋਂ ਵੱਧ ਡਿਨੋਮੀਨੇਸ਼ਨ ਆ ਜਥੇਬੰਦੀਆਂ ਮਿਸ਼ਨਾ ਦੂਜੇ ਲਫ਼ਜ਼ਾਂ ਵਿੱਚ ਮਿਸ਼ਨਾ ਹੈ। ਉਹ ਇਸ ਸਮੇਂ 900 ਸੀ ਪਰ ਅੱਜ ਪਹੁੰਚਦੀਆਂ 35000 ਤੋਂ ਵੱਧ ਹੋ ਗਈਆਂ ਔਰ ਉਹਨਾਂ ਦੇ ਵੱਖੋ ਵੱਖ ਵਿਚਾਰ ਆ ਹਰ ਇੱਕ ਦੇ ਆਪੋ ਆਪਣੇ। ਹਾਂਜੀ ਇਸ ਤਰ੍ਹਾਂ ਜਿੱਦਾਂ ਭਾਈ ਹੀਰੇ ਹੋਰਾਂ ਦੇ ਵਧੀਆ ਲਫ਼ਜ਼ ਮੈਨੂੰ ਲੱਗੇ। ਹਾਂਜੀ ਉਹਨਾਂ ਦੱਸਿਆ ਕਿ ਇੱਕ ਕਿਹੜੀ ਮਿਸ਼ਨ ਹੋ ਗਈ ਸ਼ੁਰੂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵਾਲੀ। ਤੇ ਵੇਖੋ ਜੋ ਜੇ ਕੋਈ ਪਾਦਰੀ ਹਿੰਦੂ ਆ ਤੇ ਉਹ ਹਿੰਦੂਇਜ਼ਮ ਨੂੰ ਉਹਦੇ ਮਸੀਹਤ ਦੇ ਵਿੱਚ ਵਾੜਿਆ। ਸਹੀ ਬਾਤ। ਜੇ ਕੋਈ ਪਾਦਰੀ ਸਿੱਖ ਆ ਤੇ ਉਹਨਾਂ ਦੇ ਉਹ ਇੱਕ ਤਰ੍ਹਾਂ ਬਾਈਬਲ ਨੂੰ ਪੇਸ਼ ਕਰਦੇ ਜਿਸ ਤਰ੍ਹਾਂ ਸ਼ਲੋਕ ਪੜ੍ਹਦੇ। ਚਲੋ ਨਾਮ ਵੀ ਲੈ ਲੈਨੇ ਵੀ ਕੋਜੇਵਾਲ ਦਾ ਸੰਦੇਸ਼ ਜਾਂ ਪ੍ਰਚਾਰ ਸੁਣੋ ਯਾਦ ਜਾਂ ਉਹਦੀ ਪਤਨੀ ਨੂੰ ਯਾਦ ਸੁਣੋ। ਬਾਈਬਲ ਦੇ ਮੁਤਾਬਕ ਔਰਤ ਪ੍ਰਚਾਰ ਨਹੀਂ ਕਰ ਸਕਦੀ। ਹਾਂਜੀ ਨਹੀਂ ਪਰ ਉਹ ਇਦਾਂ ਕਰਦੇ ਆ ਯਿਸੂ ਮਸੀਹ ਜੀ ਨੇ ਕਿਹਾ ਉਹਦੇ ਲਫ਼ਜ਼ ਤੁਹਾਨੂੰ ਇਦਾਂ ਦੇ ਲੱਗਣਗੇ ਕਿ ਜਿੱਦਾਂ ਕੋਈ ਸ਼ਲੋਕ ਪੜ੍ਹਦੇ ਆ ਗ੍ਰੰਥ ਦੇ ਵਿੱਚੋਂ। ਕਹਿਣ ਦਾ ਮਤਲਬ ਕਿ ਉਹਨਾਂ ਨੇ ਜੇ ਕੋਈ ਹਿੰਦੂ ਪ੍ਰਚਾਰ ਕਿਹਾ
ਉਹਨੇ ਹਿੰਦੂ ਧਰਮ ਨੂੰ ਮਸੀਹਤ ਦੇ ਵਿੱਚ ਲੈ ਆਂਦਾ ਔਰ ਉਸ ਤਰੀਕੇ ਦੇ ਨਾਲ ਉਹ ਪੇਸ਼ ਕਰਦੇ ਆ ਜਿੱਦਾਂ ਦਾ ਮਤਲਬ ਕਿ ਉਹ ਚੀਜ਼ ਉਹ ਖਮੀਰ ਉਹਨਾਂ ਚੋਂ ਅਜੇ ਨਿਕਲਿਆ ਨਹੀਂ ਹੁੰਦਾ। ਖਮੀਰ ਔਰ ਇਸ ਤਰ੍ਹਾਂ ਜਿੰਨੀਆਂ ਵੀ ਡਿਨੋਮੀਨੇਸ਼ਨ ਆ, ਜਿੰਨੀਆਂ ਵੀ ਜਥੇਬੰਦੀਆਂ ਆ, ਉਹਨਾਂ ਨੇ ਆਪੋ ਆਪਣੇ ਵਿਚਾਰ ਆ ਪਰਮੇਸ਼ਵਰ ਦੇ ਪ੍ਰਤੀ। ਔਰ ਇੱਕ ਜੋ ਅਸੀਂ ਲੂਕਾ ਦੀ ਕਿਤਾਬ ਦੇ ਵਿੱਚ ਜਦ ਅਸੀਂ ਪੜ੍ਹ ਰਹੇ ਹਾਂ ਔਰ ਲੂਕਾ 7 ਦੇ ਵਿੱਚ ਜੋ ਅਸੀਂ ਪੜ੍ਹਿਆ ਸੂਬੇਦਾਰ ਦੇ ਬਾਰੇ, ਤੇ ਇਹ ਵੱਖਰੀ ਲਿਖਤ ਲੱਗਦੀ ਹੈ ਕਿ ਉਹ ਜੋ ਵਿਸ਼ਾ ਆ ਉਹਦੇ ਨਾਲ ਮੈਚ ਨਹੀਂ ਕਰਦੀ ਲੱਗਦੀ। ਪਰ ਨਬੀ ਨੇ ਇਸੇ ਹੀ ਲਿਖਤ ਨੂੰ ਲੈ ਕੇ ਪ੍ਰਚਾਰ ਕੀਤਾ ਕਿ ਪਰਮੇਸ਼ਵਰ ਕੌਣ ਹੈ। ਔਰ ਅਸੀਂ ਵੇਖਦੇ ਹਾਂ ਕਿ ਬਾਈਬਲ ਦੇ ਵਿੱਚ ਇੱਕ ਪਰਮੇਸ਼ਵਰ ਬਾਰੇ ਸਾਨੂੰ ਗਵਾਹੀ ਦਿੰਦੀ ਹੈ ਬਾਈਬਲ। ਔਰ ਸਾਨੂੰ ਬਾਈਬਲ ਇਹ ਬਿਆਨ ਕਰਦੀ ਹੈ ਕਿ ਪਰਮੇਸ਼ਵਰ ਇੱਕ ਹੈ। ਆਮੀਨ। ਪਰ ਅੱਜ ਜਿੰਨੀਆਂ ਵੀ ਜਥੇਬੰਦੀਆਂ ਹਨ ਉਹ ਇੱਕ ਦੇ ਵਿੱਚ ਉਹ ਕਹਿੰਦੀਆਂ ਕਿ ਤਿੰਨ ਆ, ਜਿਹਨੂੰ ਉਹ ਪਵਿੱਤਰ ਤਸਲੀਸ ਕਹਿੰਦੇ ਆ। ਔਰ ਜਦੋਂ ਕਹੀਏ ਕਿ ਇਹ ਤਸਲੀਸ ਹੈ ਕੀ ਆ, ਉਹ ਕਹਿੰਦੇ ਕਿ ਇਹ ਤਸਲੀਸ ਨੂੰ ਇਹ ਇਲਾਹੀ ਭੇਤ ਆ। ਕਿਉਂਕਿ ਅਸੀਂ ਉਹਨਾਂ ਸਕੂਲਾਂ ਦੇ ਵਿੱਚ ਪੜ੍ਹੇ ਔਰ ਅਸੀਂ ਇਹ 10 ਸਾਲ ਸਿੱਖਿਆ ਨੂੰ ਲਿਆ। ਔਰ ਜਦੋਂ ਉਹਨਾਂ ਦੱਸਿਆ ਕਿ ਤਸਲੀਸ ਕੀ ਹੈ ਔਰ ਕਹਿੰਦੇ ਕਿ ਇਹ ਤਸਲੀਸ ਇਲਾਹੀ ਭੇਤ ਆ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਇੱਕ ਖੁਦਾ ਦੇ ਵਿੱਚ ਤਿੰਨ ਬੰਦੇ ਆ ਔਰ ਇੱਕ ਦੇ ਵਿੱਚ ਉਹ ਤਿੰਨ ਪਰਮੇਸ਼ਵਰ ਨੂੰ ਮੰਨਦੇ ਆ। ਜਦ ਕਿ ਬਾਈਬਲ ਚ ਕਿਤੇ ਏਦਾਂ ਨਹੀਂ ਆ ਕਿ ਤਿੰਨ ਪਰਮੇਸ਼ਵਰ ਜਿੱਥੇ ਲਿਖਿਆ ਹੋਵੇ। ਔਰ ਬਾਈਬਲ ਸ਼ੁਰੂ ਤੋਂ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਸਾਨੂੰ ਇੱਕ ਪਰਮੇਸ਼ਵਰ ਲੱਭਦਾ ਹੈ। ਪਰ ਜੇ ਕਿਤੇ ਤਿੰਨ ਪਰਮੇਸ਼ਵਰ ਬਣੇ ਆ ਤੇ ਪਰ ਬਾਈਬਲ ਕਹਿ ਰਹੀ ਇੱਕ ਆ, ਤੇ ਇਹਦਾ ਮਤਲਬ ਆ ਕਿ ਕਿਤੇ ਨਾ ਕਿਤੇ ਕੁਝ ਗੜਬੜ ਆ। ਆਮੀਨ। ਨਹੀਂ। ਔਰ ਜਦ ਅਸੀਂ ਬਾਈਬਲ ਦੇ ਵਿੱਚੋਂ ਵੇਖਦੇ ਹਾਂ ਯਸ਼ਾਇਆ ਨਬੀ ਦੀ ਕਿਤਾਬ, ਔਰ ਅਸੀਂ ਜਦੋਂ ਯਸ਼ਾਇਆ ਦੀ ਕਿਤਾਬ ਉਹਦਾ 43 ਅਧਿਆਏ ਔਰ ਉਹਦੀ 10 ਤੇ 11 ਆਇਤ ਜਦ ਪੜ੍ਹੀਏ, ਉੱਥੇ ਲਿਖਿਆ ਤੁਸੀਂ ਮੇਰੇ ਗਵਾਹ ਹੋ, ਯਹੋਵਾ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹਨੂੰ ਮੈਂ ਚੁਣਿਆ। ਬਈ ਤੁਸੀਂ ਜਾਣੋ ਅਤੇ ਮੇਰੀ ਪ੍ਰਤੀਤ ਕਰੋ ਅਤੇ ਸਮਝੋ ਕਿ ਮੈਂ ਉਹੀ ਹਾਂ। ਬੜੇ ਧਿਆਨ ਨਾਲ ਸੁਣਿਓ, ਮੈਥੋਂ ਅੱਗੇ ਕੋਈ ਪਰਮੇਸ਼ਵਰ ਨਹੀਂ ਸਾਜਿਆ ਗਿਆ। ਮੈਥੋਂ ਅੱਗੇ ਕੋਈ ਪਰਮੇਸ਼ਵਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੇ ਕੋਈ ਹੋਵੇਗਾ। ਉਹ ਕਹਿੰਦਾ ਕਿ ਨਾ ਤੇ ਮੇਰੇ ਕੋਈ ਅੱਗੇ ਹੋਇਆ ਤੇ ਨਾ ਹੀ ਕੋਈ ਫਿਰ ਪਿੱਛੇ ਵੀ ਹੋਏਗਾ। ਆਮੀਨ। ਉਹਨੇ ਕਿਹਾ ਮੈਂ ਹਾਂ, ਮੈਂ ਹੀ ਯਹੋਵਾ ਹਾਂ। ਆਮੀਨ। ਅਤੇ ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ। ਔਰ ਇੱਥੇ ਯਸ਼ਾਇਆ ਨਬੀ ਦੇ ਵਿੱਚ ਸਾਨੂੰ ਲੱਭਦਾ ਕਿ ਨਾ ਤੇ ਉਹ ਤੋਂ ਪਹਿਲਾਂ ਸੀ ਕੋਈ ਔਰ ਨਾ ਹੀ ਕੋਈ ਬਾਅਦ ਵਿੱਚ ਹੋਵੇਗਾ। ਉਹਨੇ ਕਿਹਾ ਹਾਂ ਮੈਂ ਹੀ ਯਹੋਵਾ ਹਾਂ। ਔਰ ਜਿਹੜਾ ਕਹਿੰਦਾ ਮੈਂ ਹਾਂ, ਔਰ ਜੇ ਤੁਸੀਂ ਇਹਨਾਂ ਸ਼ਬਦਾਂ ਤੇ ਧਿਆਨ ਦਿਓ ਤੇ ਮੈਂ ਹਾਂ ਹਮੇਸ਼ਾ ਪ੍ਰੈਜ਼ੈਂਟ ਟੈਂਸ ਹੈ। ਇਹ ਹਮੇਸ਼ਾ ਹੀ ਵਰਤਮਾਨ ਕਾਲ ਹੈ, ਇਹ ਪਾਸਟ ਨਹੀਂ ਆ, ਇਹ ਬੀਤਿਆ ਹੋਇਆ ਨਹੀਂ ਆ। ਜਦੋਂ ਕਹਿੰਦਾ ਮੈਂ ਹਾਂ ਹੈ, ਠੀਕ ਹੈ, ਇਹਦਾ ਮਤਲਬ ਪਰਮੇਸ਼ਵਰ ਮੁਰਦਾ ਪਰਮੇਸ਼ਵਰ ਨਹੀਂ ਹੈ ਸਾਡਾ ਜਿਹਨੂੰ ਅਸੀਂ ਗੱਲ ਕਰਦੇ ਹਾਂ ਜਿਹਦੀ, ਉਹ ਜਿਉਂਦਾ ਪਰਮੇਸ਼ਵਰ ਹੈ। ਔਰ ਇੱਕ ਭਾਈ ਜੀ ਪ੍ਰਚਾਰ ਕਰ ਰਹੇ ਸਨ, ਉਹ ਦੱਸ ਰਹੇ ਸਨ ਕਿ ਦੁਨੀਆ ਦੇ ਜਿੰਨੇ ਵੀ ਪੀਰ ਪੈਗੰਬਰ ਜਾਂ ਜਿਹੜੇ ਧਰਮ ਨੂੰ ਸ਼ੁਰੂ ਕਰਨ ਵਾਲੇ ਆ, ਉਹ ਸਭ ਆਪੋ ਆਪਣੀਆਂ ਕਬਰਾਂ ਦੇ ਵਿੱਚ ਆ। ਹਾਂਜੀ, ਨਬੀ ਨੇ। ਹਾਂਜੀ। ਔਰ ਇੱਕੋ ਹੀ ਇੱਕ ਕਬਰ ਆ ਜੋ ਅੱਜ ਖਾਲੀ ਹੈ, ਉਹ ਯਿਸੂ ਮਸੀਹ ਦੀ ਕਬਰ ਹੈ। ਹਾਲੇਲੂਇਆ। ਔਰ ਉਹ ਕਬਰ ਵੀ ਗਵਾਹੀ ਦਿੰਦੀ ਆ ਕਿ ਯਿਸੂ ਮਸੀਹ ਜਿੰਦਾ ਹੈ। ਬਾਕੀ ਸਾਰੇ ਚਾਹੇ ਉਹ ਮੁਹੰਮਦ ਆ, ਚਾਹੇ ਉਹ ਕਨਫਿਊਸ਼ੀਅਸ ਆ,
ਜਾਂ ਜਿੰਨੇ ਵੀ ਤੁਸੀਂ ਨਾਂ ਲੈ ਲਓ ਸਭ ਕਬਰਾਂ ਦੇ ਵਿੱਚ। ਔਰ ਉਹ ਉਡੀਕ ਕਰਦੇ ਆ ਉਹਨਾਂ ਦੇ ਜਿੰਦਾ ਹੋਣ ਦੀ, ਪਰ ਇੱਕੋ ਇੱਕ ਕਬਰ ਖਾਲੀ ਆ, ਆਮੀਨ, ਉਹ ਸਾਡੇ ਪ੍ਰਭੂ ਯਿਸੂ ਆਮੀਨ, ਆਮੀਨ, ਜੋ ਕਹਿੰਦਾ ਮੈਂ ਆਦ ਅਤੇ ਅੰਤ ਹਾਂ। ਹਾਲੇਲੂਇਆ। ਔਰ ਇਸੇ ਤਰ੍ਹਾਂ ਯਾਦ ਅਸੀਂ ਇਸੇ ਦੀ ਯਸ਼ਾਇਆ 37 ਨੂੰ ਵੇਖਦੇ ਹਾਂ, ਔਰ ਇਹ ਉਹ ਪਰਮੇਸ਼ਵਰ ਆ ਜਿਹਦੇ ਰਾਹੀਂ ਸਾਰਾ ਹੀ ਕੁਝ ਰਚਿਆ ਗਿਆ ਹੈ, ਔਰ ਉਹਨੇ ਹੀ ਰਚਨਾ ਕੀਤੀ ਹੈ। ਔਰ ਯਾਦ ਅਸੀਂ ਯਸ਼ਾਇਆ 37 ਦੀ 16 ਪੜ੍ਹਦੇ ਹਾਂ, हे ਸੈਨਾ ਦੇ ਯਹੋਵਾ, ਇਸਰਾਇਲ ਦੇ ਪਰਮੇਸ਼ਵਰ, ਕਰੂਬੀਆਂ ਦੇ ਉੱਤੇ ਬਿਰਾਜਣ ਵਾਲੇ ਔਰ ਧਰਤੀ ਦੀਆਂ ਸਾਰੀਆਂ ਹੀ ਪਾਤਸ਼ਾਹੀਆਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ਵਰ ਹੈ। ਸਮਝ ਲੱਗ ਗਈ? ਜੀ, ਤਿੰਨ ਪਰਮੇਸ਼ਵਰ ਹੈ। ਉਹ ਕਹਿ ਰਿਹਾ ਕਿ ਤੂੰ ਸਾਰੀਆਂ ਹੀ ਪਾਤਸ਼ਾਹੀਆਂ ਦਾ ਇਕੱਲਾ ਹੀ ਪਰਮੇਸ਼ਵਰ ਹੈ, ਔਰ ਤੈਂ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ। ਔਰ ਇਸੇ ਤਰ੍ਹਾਂ ਯਾਦ ਪਰਮੇਸ਼ਵਰ ਨੇ ਇਜ਼ਰਾਈਲ ਨੂੰ 10 ਹੁਕਮ ਦਿੱਤੇ, ਔਰ ਉਹਨਾਂ ਦੇ ਵਿੱਚ ਪਹਿਲਾ ਹੁਕਮ ਉਹਨਾਂ ਨੂੰ ਇਹੋ ਹੀ ਦਿੱਤਾ, ਕਿਉਂਕਿ ਇਜ਼ਰਾਈਲੀ ਜਦ ਮਿਸਰ ਦੇ ਵਿੱਚੋਂ ਨਿਕਲੇ, ਉਹਨਾਂ ਦੇ ਮਿਸਰੀ ਲੋਕ ਬਹੁਤ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਸਨ, ਔਰ ਜਦ ਹੀ ਉਹ ਯਾਤਰਾ ਕਰਦੇ ਕਰਦੇ ਜਾਂ ਤੁਸੀਂ ਕਹਿ ਲਓ ਕਿ ਜਾਂ ਜਿੰਨਾ ਵੀ ਲੋਕਾਂ ਦੇ ਵਿੱਚ ਪਰਾਈਆਂ ਜਾਤੀਆਂ ਦੇ ਵਿੱਚੋਂ ਦੀ ਲੰਘੇ ਹੋ, ਉਹਨਾਂ ਦੇ ਰੀਤੀ ਰਿਵਾਜਾਂ ਨੂੰ ਉਹਨਾਂ ਨੇ ਅਪਣਾਇਆ। ਜੇ ਤੁਸੀਂ ਧਿਆਨ ਦਿੱਤਾ ਤੇ ਜਦ ਉਹਨਾਂ ਨੂੰ ਪਰਮੇਸ਼ਵਰ ਆਪਣੀ ਅਗਵਾਈ ਦੇ ਹੇਠ ਮਿਸਰ ਚੋਂ ਕੱਢ ਲਿਆਇਆ, ਤੇ ਜਦ ਉਹਨਾਂ ਨੇ ਵਸ਼ਾ ਬਣਾਇਆ ਤੇ ਉਹਨਾਂ ਨੇ ਕਿਹਾ ਇਹ ਦੇਵਤਾ ਆ ਜਿਹੜਾ ਸਾਨੂੰ ਮਿਸਰ ਦੇ ਵਿੱਚੋਂ ਕੱਢ ਲਿਆ। ਹਾਂਜੀ, ਝੂਠ। ਹਾਂਜੀ, ਜਦ ਕਿ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਲਾਲ ਸਮੁੰਦਰ ਨੂੰ 2 ਹਿੱਸੇ ਹੁੰਦੇ ਵੇਖਿਆ, ਉਹ ਸਾਰੀਆਂ ਬਵਾਂ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਵੇਖੀਆਂ, ਉਹ ਸਾਰਾ ਕੁਝ ਵੇਖਿਆ ਕਿ ਇਹ ਕਿਹਦੇ ਵੱਲੋਂ ਹੈ, ਪਰ ਇਹਦੇ ਬਾਵਜੂਦ ਉਹਨਾਂ ਨੇ ਕਿਹਾ ਆਹ ਦੇਵਤਾ ਹੈ ਜਿਹੜਾ ਸਾਨੂੰ ਮਿਸਰ ਦੇ ਵਿੱਚੋਂ ਲੈ ਕੇ ਆਇਆ। ਹਾਂਜੀ, ਹਾਂਜੀ। ਕਹਿਣ ਦਾ ਮਤਲਬ ਹੈ ਕਿ ਇਜ਼ਰਾਈਲੀ ਵੀ ਵੱਖ-ਵੱਖ ਦੇਵਤਿਆਂ ਦੇ ਮਗਰ ਸਨ, ਉਹ ਕਈ ਤਰ੍ਹਾਂ ਦੀਆਂ ਭਗਤੀ ਦੇਵਤਿਆਂ ਦੀ ਪੂਜਾ ਕਰਦੇ ਸਨ। ਹਾਂਜੀ, ਪਰ ਜਦ ਹੀ ਉਹਨਾਂ ਨੂੰ ਪਰਮੇਸ਼ਵਰ ਨੇ 10 ਹੁਕਮ ਦਿੱਤੇ ਕੂਚ ਦੀ ਕਿਤਾਬ ਦੇ ਵਿੱਚ, ਤੇ ਉਹਨਾਂ ਦੇ ਵਿੱਚ ਇੱਕ ਹੁਕਮ ਸੀ, ਉਹ ਪੜ੍ਹ ਲੈਣੀ ਕੂਚ ਦੀ ਕਿਤਾਬ 20 ਅਧਿਆਇ। ਬਾਈਬਲ ਜਿਹੜੇ ਪੜ੍ਹ ਸਕਦੇ ਹੋ ਜਲਦੀ ਨਾਲ ਪੜ੍ਹ ਵੀ ਸਕਦੇ ਆ। ਕੂਚ ਦੀ ਕਿਤਾਬ 20 ਅਧਿਆਇ 3 ਹੈ, ਜੇ ਕੋਈ ਨੂੰ ਮਿਲਦਾ। ਆਪ ਆਪਣੀਆਂ ਬਾਈਬਲਾਂ ਜ਼ਰੂਰ ਲੈ ਕੇ ਆਇਆ ਕਰੋ, ਪੈਨ ਲੈ ਕੇ ਆਇਆ ਕਰੋ, ਕਾਪੀ ਜ਼ਰੂਰ ਲੈ ਕੇ ਆਇਆ ਕਰੋ, ਇੱਥੋਂ ਲਿਖ ਕੇ ਖੜਾ। ਕੂਚ ਦੀ ਕਿਤਾਬ 20 ਅਧਿਆਇ ਕਹਿੰਦਾ, ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। ਆਮੀਨ, ਬਹੁਤ ਵਧੀਆ। ਠੀਕ ਹੈ, ਹਾਂਜੀ, ਕਿ ਮੇਰੇ ਸਾਹਮਣੇ ਹਾਂਜੀ, ਕੋਈ ਦੂਜਾ ਦੇਵੀ ਦੇਵਤਾ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਬਾਈਬਲ ਦੱਸਦੀ ਹੈ ਕਿ ਤੁਹਾਡੇ ਮੂੰਹ ਦੇ ਵਿੱਚ ਕਿਸੇ ਦੂਜੀ ਦੇਵੀ ਦੇਵਤੇ ਦਾ ਨਾ ਹੋਵੇ, ਨਾਂ ਤੱਕ ਨਾ ਆਵੇ। ਬਹੁਤ ਵਧੀਆ। ਆਮੀਨ। ਉਹ ਕਈ ਵਾਰੀ ਜਦ ਅਸੀਂ ਵੇਖਦੇ ਆ, ਉਹ ਜੇ ਕੋਈ ਗੱਡੀ ਚਲਾਉਣ ਡਿਆ ਹੁੰਦਾ ਉਹਦੇ ਸਾਹਮਣੇ ਵੀ ਲਿਖਿਆ ਹੁੰਦਾ, ਪਰ ਕਈ ਵਾਰੀ ਜਦ ਨਜ਼ਰ ਜਾਂਦੀ ਕਿ ਉਹ ਪੜਿਆ ਜਾਂਦਾ ਦੇਵਤੇ ਦਾ ਨਾਮ, ਉਹ ਦਿਮਾਗ ਚ ਆਉਂਦਾ ਪ੍ਰਭੂ ਮਾਫ ਕਰ, ਉਹ ਪੜਿਆ ਗਿਆ ਉਹਨਾਂ ਦੇ ਵਿੱਚ। ਠੀਕ, ਕਈ ਤੁਸੀਂ ਗੱਡੀਆਂ ਦੇ ਉੱਪਰ ਵੇਖਿਆ ਹੋਵੇਗਾ। ਆਮੀਨ। ਇਸ ਲਈ ਸਾਡਾ ਪਰਮੇਸ਼ਵਰ ਜਿਹੜਾ ਅਣਖੀ ਪਰਮੇਸ਼ਵਰ ਹੈ, ਔਰ ਉਹ ਕਹਿੰਦਾ ਕਿ ਤੁਸੀਂ ਮੇਰੇ ਵਿਰੁੱਧ ਕੋਈ ਸ਼ਰੀਕ ਖੜਾ ਨਾ ਕਰੋ। ਔਰ ਉਹ ਇੱਕੋ ਇੱਕ ਪਰਮੇਸ਼ਵਰ ਹੈ। ਔਰ ਯਾਦ ਅਸੀਂ ਇਸੇ ਤਰ੍ਹਾਂ ਯਾਦ ਅਸੀਂ ਵਿਵਸਥਾ ਸਾਰ ਦੀ ਕਿਤਾਬ ਦੇ ਵਿੱਚ ਵੇਖਦੇ ਹਾਂ। ਬਸ 1-2 ਆਇਤਾਂ ਲਓ, ਫਿਰ ਉਸ ਤੋਂ ਬਾਅਦ ਅੱਗੇ ਵਧਦੇ ਹਾਂ ਆਪਾਂ। ਵਿਵਸਥਾ ਸਾਰ ਦੀ ਕਿਤਾਬ 5 ਅਧਿਆਏ 4:5। ਹੁਣ ਤੁਸੀਂ ਵੇਖਿਆ ਹੈ ਤਾਂ ਜੋ ਤੁਸੀਂ ਜਾਣੋ ਬਈ ਯਹੋਵਾ ਉਹੀ ਪਰਮੇਸ਼ਵਰ ਹੈ ਜਿਹਦੇ ਬਿਨਾ ਹੋਰ ਕੋਈ ਹੈ ਹੀ ਨਹੀਂ। ਬਹੁਤ ਵਧੀਆ। ਠੀਕ ਹੈ, ਉਹਦੇ ਤੋਂ ਬਿਨਾ ਭੈਣ ਭਰਾਵੋ ਕੋਈ ਹੈ ਹੀ ਨਹੀਂ। ਔਰ ਬਾਈਬਲ ਜਿੱਥੇ ਵੀ ਤੁਹਾਨੂੰ ਹਵਾਲਾ ਲੱਭੇਗਾ ਉਹ ਇੱਕ ਪਰਮੇਸ਼ਵਰ ਦੇ ਬਾਰੇ ਬੋਲਦੀ ਹੈ।
हालेलुया। इस तरह 6:4, इसी दी 6:4, हे इज़राइल सुनो, यहोवा साडा परमेश्वर इक्को ही यहोवा है। आमीन। और तो इलावा होर कोई यहोवा है ही नहीं है। आमीन। हालेलुया। हालेलुया। ਇਸ ਲਈ ਅਸੀਂ ਵੇਖਦੇ ਹਾਂ ਕਿ ਜਦੋਂ ਇਜ਼ਰਾਈਲੀ ਲੋਕ ਮਸੀਹਾ ਦੀ ਉਡੀਕ ਕਰ ਰਹੇ ਸਨ, ਔਰ ਸਾਰੀ ਬਾਈਬਲ ਦੇ ਵਿੱਚੋਂ ਵੇਖਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਉਹ ਮਸੀਹਾ ਦੀ ਉਡੀਕ ਕਰ ਰਹੇ ਸਨ ਤੇ ਉਹ ਪਰਮੇਸ਼ਵਰ ਆਪਣੇ ਨਬੀਆਂ ਦੇ ਰਾਹੀਂ ਇਜ਼ਰਾਈਲ ਨਾਲ ਗੱਲ ਕਰ ਰਿਹਾ ਸੀ। और उन्होंने जब गल कर रहा है तो उन्होंने दस रहा मसीहा के बारे। और याद है यशायाह 9 अध्याय 6 पढ़ी, उत्थे लिखा साडे लई एक बालक जम्मिया, सानू एक पुत्र बख्शिया गया अते राज ओदे मोढियां ते होवेगा और ओदा नाम यूं सद्या जावेगा अचरज सलाहू। इसलिए इस प्रचार किया अद्भुत परमेश्वर। आमीन। अजद सलाहू यानी कि पवित्र आत्मा, अनादि पिता यानी कि यहोवा परमेश्वर, सलाउन दे जो गया और शांति का राजकुमार यानी कि यीशु मसीह। और इक्को ही लिखत दे विच सानू तिन्ने चीज़ां लभ जांदियां। ਇਹਦਾ मतलब होया कि ये फिर ये तीन नहीं हो गए, एक परमेश्वर है। हालेलुया। इस तरह याद असीं मीका दी किताब पढ़ते हैं और सानू यीशु मसीह के जन्म के बारे दस रही है, ਉਹਦੇ ਬਾਰੇ ਹਵਾਲਾ ਦੱਸੀਏ ਕਿ ਕਿੱਥੇ ਪੈਦਾ ਹੋਏਗਾ। और याद असीं यशायाह 40:3 पढ़ते हैं और उत्थे सानू लभदा कि परमेश्वर याद इस धरती के उपर आवेगा और ओदे आउण तो पहला एक पुकारन वाले दी आवाज सी। यशायाह 40:3 उत्थे लिखिया एक आवाज पुकारदी है, उजाड़ विच यहोवा दा राह तैयार करो। आमीन। और तुहानू इहो ही लिखत यूहन्ना दी किताब दे विच लभदी कि ओ यहोवा पुराने नेम दा नवे नेम दा यीशु मसीह आ जिदा यूहन्ना राह तैयार कर रहा सी। और एक भविष्यवाणी यशायाह 40 दे विच सी कि एक आवाज पुकारदी है, उजाड़ विच यहोवा दा राह तैयार करो अते बियाबान विच साडे परमेश्वर लई एक शाह राह नूं सीधा करो। इहदे ते लिखिआ हर एक दून उच्ची कीती जावेगी, हर एक पहाड़ और टिब्बा नीवा कीता जावेगा और खुरदरा पदरा और बिखरे थां जिहड़े आ वो मैदान कीते जाणगे। यानी कि एक भविष्यवाणी सी यहोवा दे बारे। और यद यूहन्ना यरदन दे उपर आ और ये उत्थे भविष्यवाणी पूरी हो रही है जिथे उन्हें कहा वेखो खुदा दा लेला जिहड़ा दुनिया के पापां नूं चुक के लेंदा। और यद उन्हें पूछा गया कि तू कौन है, यूहन्ना नूं पूछा गया और उन्हें कहा मैं जंगल विच पुकारन वाले दी आवाज है। और ये 40 यशायाह 40 की भविष्यवाणी सी जो पूरी हो रही है। यानी कि पुराने नेम दा यहोवा, नवे नेम दा यीशु मसीह। आमीन। वो कोई वखरा नहीं हो गया, हां एक ही है, एक ही परमेश्वर है। पर यदि असीं गल कर रहे हां कि वो ਜਿਹੜੀਆਂ ਜਥੇਬੰਦੀਆਂ 35000 ਹੋ ਗਈਆਂ, ਉਹਨਾਂ 35000 ਦੇ ਵੱਖੋ ਵੱਖ ਵਿਚਾਰ ਆ। ਬਿਲਕੁਲ। और ਉਹਨਾਂ ਵੱਖੋ ਵੱਖ ਵਿਚਾਰਾਂ ਨੇ एक परमेश्वर को तीन बना देते। समझ आ रही है? हालेलुया। और याद असीं गल करदे हां, सब तो पहला मैं चाहुंदा कि पूरा ध्यान दे के सुनियो। सब तो पहले परमेश्वर नूं इलोहीम कहा जाता सी। जे कोई चौक होए तो वधिया होएगा। इत्थे भला
ਆਮੀਨ ਹਾਲੇਲੂਇਆ। ਸਭ ਤੋਂ ਪਹਿਲੇ ਬਾਈਬਲ 'ਚ ਲਿਖਿਆ ਕਿ ਪਰਮੇਸ਼ਵਰ ਆਤਮਾ ਹੈ ਔਰ ਜਦ ਅਸੀਂ ਇੱਕ ਮਿਸ਼ਨ ਹੈ ਵਨਨੈਸ, ਔਰ ਉਹਨਾਂ ਦਾ ਮੰਨਣਾ ਇਹ ਆ ਕਿ ਜਿਹੜਾ ਪਰਮੇਸ਼ਵਰ ਆਤਮਾ ਸੀ ਉਹ ਹੀ ਦੇਹ ਧਾਰ ਕੇ ਆ ਗਿਆ। ਪਰ ਇਦਾਂ ਨਹੀਂ ਹੋ ਸਕਦਾ ਕਿ ਜਿਹੜਾ ਆਤਮਾ ਆ ਉਹ ਦੇਹ ਬੰਦਾ ਬਣ ਜਾਏ, ਪਰ ਇਦਾਂ ਹੋ ਸਕਦਾ ਕਿ ਉਹ ਜਿਹੜਾ ਆਤਮਾ ਆ ਬੰਦੇ ਦੇ ਵਿੱਚ ਆ ਜਾਏ। ਜਿੱਦਾਂ ਅਸੀਂ ਅਕਸਰ ਇਹ ਗੱਲਾਂ ਕਰਦੇ ਰਹੇ ਨੇ ਕਿ ਯਿਸੂ ਮਸੀਹ ਦਾ ਆਤਮਾ ਸਾਡੇ ਵਿੱਚ ਆ ਜਾਂਦਾ। ਯਿਸੂ ਮਸੀਹ ਸਿੱਧਾ ਨਹੀਂ ਸੀ ਆ ਸਕਦਾ, ਯਾਨੀ ਕਿ ਜਦ ਦੇਹ ਧਾਰ ਕੇ ਇਸ ਧਰਤੀ ਦੇ ਉੱਪਰ ਆਇਆ ਉਹ ਆਪਣੇ ਚੇਲਿਆਂ ਦੇ ਵਿੱਚ ਨਹੀਂ ਸੀ ਵੜ ਸਕਿਆ, ਪਰ ਉਹਨੇ ਕਿਹਾ ਮੈਂ ਜਾਂਦਾ ਆ ਔਰ ਸਹਾਇਕ ਪਵਿੱਤਰ ਆਤਮਾ ਆਵੇਗਾ ਜੋ ਮੇਰੀਆਂ ਕਈਆਂ ਹੋਈਆਂ ਗੱਲਾਂ ਤੁਹਾਨੂੰ ਸਿਖਾਏਗਾ। ਔਰ ਜਦੋਂ ਉਹ ਗਿਆ ਤੇ ਫਿਰ ਸਹਾਇਕ ਪਵਿੱਤਰ ਆਤਮਾ ਪੈਂਤੇਕੁਸਤ ਦੇ ਦਿਨ ਉਹਨਾਂ ਦੇ ਵਿੱਚ ਆ ਗਿਆ। ਆਮੀਨ। ਔਰ ਸਭ ਤੋਂ ਪਹਿਲੇ ਪਰਮੇਸ਼ਵਰ ਆਤਮਾ ਸੀ ਜਿਹਨੂੰ ਅਸੀਂ ਇਲੋਹੀਮ ਕਹਿੰਦੇ ਹਾਂ, ਔਰ ਇਹ ਜਿਹੜਾ ਇਲੋਹੀਮ ਸੀ ਇਹ ਸੀ, ਕਹਿ ਲੋ ਕਿ ਇਸ ਅੱਗ ਦਾ ਗੋਲਾ ਹੈ। ਆਮੀਨ। ਔਰ ਇਸੇ ਤਰ੍ਹਾਂ ਪਰਮੇਸ਼ਵਰ ਨੇ ਵੱਖ-ਵੱਖ ਨਬੀਆਂ ਨੂੰ ਵੀ ਦਰਸ਼ਨ ਦਿੱਤੇ। ਹਾਂਜੀ ਹਾਂਜੀ ਹਾਂਜੀ। ਔਰ ਜਿੱਦਾਂ ਉਹ ਇਜ਼ਰਾਈਲ ਦੀ ਅਗਵਾਈ ਜਦ ਉਹਨੇ ਕੀਤੀ, ਉਹ ਕੀ ਸੀ? ਅੱਗ ਦਾ ਖੰਭਾ। ਇਲੋਹੀਮ। ਹਾਂਜੀ। ਜਦੋਂ ਉਹਨੇ ਮੂਸਾ ਨੂੰ ਝਾੜੀ ਦੇ ਵਿੱਚ ਦਰਸ਼ਨ ਦਿੱਤਾ, ਅੱਗ ਦਾ ਖੰਭਾ, ਅੱਗ ਸੀ ਉਹ। ਔਰ ਜਦੋਂ ਦਮਿਸ਼ਕ ਦੇ ਰਾਹ ਦੇ ਉੱਪਰ ਪਲੂਸ ਨੂੰ ਟੱਕਰਿਆ, ਉਹ ਕੀ ਸੀ? ਅੱਗ। ਆਮੀਨ। ਔਰ ਉਦੋਂ ਇਹ ਜਿਹੜਾ ਇਲੋਹੀਮ ਸੀ ਇਹ ਆਤਮਾ ਸੀ, ਅੱਗ ਸੀ। ਆਮੀਨ। ਇਹ ਕੀ ਆ? ਦਾ ਗ੍ਰੇਟ ਇੰਟਰਨਲ ਸਪਿਰਿਟ ਆਏ। ਇਹ ਮਹਾਨ ਅਨੰਤ ਆਤਮਾ ਆ, ਇਹ ਮਹਾਨ ਮੈਂ ਹੂੰ ਆ, ਔਰ ਇਹ ਆਪਣੀ ਹੋਂਦ ਆਪੇ ਹੀ ਰੱਖਣ ਵਾਲਾ ਹੈ, ਇਹਨੂੰ ਕਿਸੇ ਨੇ ਨਹੀਂ ਬਣਾਇਆ। ਇਹ ਆਪਣੀ ਹੋਂਦ ਆਪੇ ਹੀ ਰੱਖਣ ਵਾਲਾ ਆ, ਔਰ ਇਹਨੂੰ ਯਹੋਵਾ ਜਿਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਆਮੀਨ। ਸਮਝ ਲੱਗੀ? ਸੁਣੋ ਸਾਰੇ, ਇਹ ਆ ਇਲੋਹੀਮ। ਔਰ ਉਸ ਤੋਂ ਬਾਅਦ ਇਹਦੀਆਂ ਵਿਸ਼ੇਸ਼ਤਾਵਾਂ ਆ, ਔਰ ਉਹਨਾਂ ਵਿਸ਼ੇਸ਼ਤਾਵਾਂ ਦੇ ਵਿੱਚ ਆ ਕਿ ਪਰਮੇਸ਼ਵਰ ਜਿਹੜਾ ਇਲੋਹੀਮ ਆ ਉਹ ਅਨੰਤ ਆ। ਅਨੰਤ ਦਾ ਮਤਲਬ ਆ ਕਿ ਜਿਹਦੀ ਕੋਈ ਨਾ ਤੇ ਸ਼ੁਰੂਆਤ ਆ ਔਰ ਨਾ ਉਹਦਾ ਐਂਡ ਆ। ਬਿਲਕੁਲ, ਜਿਹਦੀ ਨਾ ਕੋ ਮਾਂ ਨਾ ਕੋ। ਹਾਂਜੀ। ਔਰ ਨਬੀ ਨੇ ਕਈ ਸੰਦੇਸ਼ਾਂ ਦੇ ਵਿੱਚ ਕਿਹਾ ਕਿ ਜਿਹੜਾ ਪੁੱਤਰ ਆ ਉਹ ਅਨੰਤ ਨਹੀਂ ਹੋ ਸਕਦਾ, ਕਿਉਂਕਿ ਪੁੱਤਰ ਦੀ ਸ਼ੁਰੂਆਤ ਆ। ਕਿੰਨੇ ਆਮੀਨ ਕਹਿ ਸਕਦੇ? ਇਸ ਲਈ ਜਿਹੜਾ ਇਲੋਹੀਮ ਆ ਇਹ ਅਨੰਤ ਆ, ਇਹਦੀ ਨਾ ਤੇ ਕੋਈ ਸ਼ੁਰੂਆਤ ਆ ਔਰ ਨਾ ਇਹਦਾ ਐਂਡ ਆ। ਔਰ ਇਹ ਜਿਹੜਾ ਸੀ ਇਹ ਸਰਬ ਸ਼ਕਤੀਮਾਨ ਆ। ਔਰ ਦੂਜੀ ਇਹਦੀ ਵਿਸ਼ੇਸ਼ਤਾ ਹੋ ਰਿਹਾ ਕਿ ਇਹ ਸਰਵ ਵਿਆਪਕ ਆ, ਜਿਹੜਾ ਮਤਲਬ ਆ ਕਿ ਉਹ ਹਰ ਇੱਕ ਜਗ੍ਹਾ ਤੇ, ਹਰੇਕ ਜਗ੍ਹਾ ਤੇ ਸਮਾਇਆ ਪਿਆ। ਅੱਜ ਇੱਥੇ ਮੀਟਿੰਗ ਹੁੰਦੀ, ਸ਼ਾਮ 84 ਮੀਟਿੰਗ ਹੁੰਦੀ, ਉਹ ਉੱਥੇ ਵੀ ਹੈ। ਅਮਰੀਕਾ ਕੋਈ ਮੀਟਿੰਗਾਂ ਹੋ ਰਹੀਆਂ, ਉਹ ਉੱਥੇ ਵੀ ਹੈ। ਕਿੰਨੇ ਖੁਸ਼ ਹੋ? ਇਹਦਾ ਮਤਲਬ ਆ ਕਿ ਇੱਕ ਇੱਥੇ ਤੁਹਾਡੇ ਪਿੰਡ ਦੇ ਵਿੱਚ ਆ, ਇੱਕ ਸ਼ਾਮ 84 ਆ, ਇੱਕ ਅਮਰੀਕਾ ਦੇ ਵਿੱਚ ਆ। ਇਹ ਤਿੰਨ ਨਹੀਂ ਆ, ਇਹ ਸਰਵ ਵਿਆਪਕ ਪਰਮੇਸ਼ਵਰ ਆ ਜਿਹੜਾ ਇੱਕ ਵਾਰੀ ਦੇ ਵਿੱਚ ਤਿੰਨ ਛੱਡ ਕੇ ਬਹੁਤ ਸਾਰੀਆਂ ਜਗ੍ਹਾਵਾਂ ਤੇ ਵੀ ਹੋ ਸਕਦਾ ਹੈ। ਕਿੰਨੇ ਆਮੀਨ ਕਹਿ ਸਕਦੇ ਆ? ਜਦੋਂ ਨਿਕੋਦੇਮਸ ਨਾਲ ਗੱਲ ਕਰ ਰਿਹਾ ਸੀ, ਉੱਥੇ ਉਹਨੇ ਕਿਹਾ ਸੀ ਉਹ ਪਰਮੇਸ਼ਵਰ ਜਿਹੜਾ ਹੁਣੇ ਹੀ ਤੇਰੇ ਨਾਲ ਵੀ ਗੱਲ ਕਰਦਾ ਆ, ਪਰ ਉਹ ਹੁਣ ਇਸ ਵੇਲੇ ਸਵਰਗ ਦੇ ਵਿੱਚ ਵੀ ਹੈ। ਹਾਲੇਲੂਇਆ। ਦੂਰ ਦਾ ਤੇ ਨੇੜੇ ਦਾ
ਹਾਂਜੀ परमेश्वर ਉਸ ਤੋਂ ਬਾਅਦ ਉਹ ਸਰਵ ਵਿਆਪਕ ਹੈ, ਉਹ ਸਰਵ ਗਿਆਨੀ ਹੈ। मेन ਉਹਦੇ ਕੋਲ ਹਰ ਇੱਕ ਚੀਜ਼ ਦਾ ਗਿਆਨ ਹੈ, ਉਹਨੂੰ ਪਤਾ ਸਾ ਹਰ ਇੱਕ ਚੀਜ਼ ਦਾ। ਠੀਕ ਹੈ। मेन ਔਰ ਨਾਲ ਹੀ ਉਹਦੀ ਕੋਈ ਹੱਦ ਨਹੀਂ ਹੈ, ਉਹਦੀ ਕੋਈ ਲਿਮਿਟੇਸ਼ਨ ਨਹੀਂ ਹੈ। ਇਹ ਸਾਡਾ ਪਰਮੇਸ਼ਵਰ ਹੈ ਜਿਹਦੇ ਵਿੱਚ ਸਾਰੀਆਂ ਹੀ ਵਿਸ਼ੇਸ਼ਤਾਵਾਂ ਹਨ। ਆਮੀਨ। ਪ੍ਰਭੂ ਮਦਦ ਕਰੇ ਸਾਡੀ ਸਾਰਿਆਂ ਦੀ ਇੱਕ ਸਮਝ ਵਿੱਚ। आमेन ਹਾਲੇਲੂਇਆ। ਔਰ ਜਦ ਅਸੀਂ ਵੇਖਦੇ ਹਾਂ ਯਹੂਨਾ ਦੀ ਕਿਤਾਬ ਉੱਤੇ ਲਿਖਿਆ ਆਦਿ ਵਿੱਚ ਸ਼ਬਦ ਸੀ, ਔਰ ਸ਼ਬਦ ਇੱਕ ਮਿੰਟ ਪੜ੍ਹ ਸਕਦੇ ਆਪਾਂ। शब्द दे तारीफ होया ਹਾਂਜੀ भाई रूप बस ऐसा नहीं करना। ਆਦਿ ਵਿੱਚ ਸ਼ਬਦ ਸੀ, ਔਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ। आमीन ਅਤੇ ਸ਼ਬਦ ਪਰਮੇਸ਼ਵਰ ਸੀ, ਅਤੇ ਇਹੋ ਆਦਿ ਵਿੱਚ ਪਰਮੇਸ਼ਵਰ ਦੇ ਸੰਗ ਸੀ। ਔਰ ਨਬੀ ਨੇ ਕਿਹਾ ਕਿ ਆਦਿ ਵਿੱਚ ਸ਼ਬਦ ਸੀ, ਔਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ। ਔਰ ਜਦੋਂ ਅਸੀਂ ਇਹਨੂੰ ਇੰਗਲਿਸ਼ ਦੇ ਵਿੱਚ ਪੜ੍ਹੀਏ ਤਾਂ ਇੱਥੇ ਲਿਖਿਆ ਇਨ ਦਾ ਬਿਗਨਿੰਗ, ਸ਼ੁਰੂ ਦੇ ਵਿੱਚ ਸ਼ਬਦ ਸੀ। ਆਦਿ ਮਤਲਬ ਬਿਗਨਿੰਗ, ਸ਼ੁਰੂਆਤ ਦੇ ਵਿੱਚ। ਧਿਆਨ ਨਾਲ ਸੁਣਿਓ, ਆਦਿ ਵਿੱਚ ਯਾਨੀ ਕਿ ਸ਼ੁਰੂ ਦੇ ਵਿੱਚ ਸ਼ਬਦ ਸੀ। ਔਰ ਨਬੀ ਨੇ ਕਿਹਾ ਕਿ ਇਹ ਜਿਹੜਾ ਫਿਰ ਸ਼ਬਦ ਆ ਇਹ ਪਰਮੇਸ਼ਵਰ ਨਹੀਂ ਸੀ, ਕਿਉਂਕਿ ਇਹਦੀ ਸ਼ੁਰੂਆਤ ਆ। ਔਰ ਜੇ ਤੁਸੀਂ ਧਿਆਨ ਦਿਓਗੇ ਹੁਣ ਇਹ ਜਿਹੜਾ ਇਲੋਹੀਮ ਆ, ਔਰ ਸਭ ਤੋਂ ਪਹਿਲੇ ਪਰਮੇਸ਼ਵਰ ਨੇ ਰੋਸ਼ਨੀ ਨੂੰ ਉਤਪੰਨ ਕੀਤਾ। ਇਹ ਕਿਹਾ ਇਨ ਦਾ ਬਿਗਨਿੰਗ, ਸ਼ੁਰੂ ਦੇ ਵਿੱਚ ਇਹ ਚੋਂ ਕੀ ਨਿਕਲਿਆ? ਰੋਸ਼ਨੀ। ਔਰ ਇੱਥੇ ਬਹੁਤ ਵਧੀਆ ਨਬੀ ਨੇ ਸਮਝਾਇਆ ਇਹ ਕੀ ਹੈ ਜਿਹੜੀ ਰੋਸ਼ਨੀ? ਇਹ ਆ, ਇਹਨੂੰ ਕਹਿ ਸਕਦੇ ਤੁਸੀਂ ਲਾਈਟ, ਇਹਨੂੰ ਤੁਸੀਂ ਕਹਿ ਸਕਦੇ ਵਚਨ, ਸ਼ਬਦ। ਜਿਸ ਤਰ੍ਹਾਂ ਆਪਾਂ ਪੜ੍ਹ ਰਹੇ ਤੋਂ ਆਦ ਵਿੱਚ ਸ਼ਬਦ ਸੀ, हाँ जी ਇਹ ਆ ਸ਼ਬਦ। इलोहिम ਠੀਕ ਹੈ। ਇਹ ਇਲੋਹੀਮ ਦੇ ਵਿੱਚੋਂ ਇਹ ਜਿਹੜਾ ਅਨੰਤ ਆ, ਜਿਹਦੀ ਕੋਈ ਸ਼ੁਰੂਆਤ ਨਹੀਂ ਆ, ਜਿਹਦਾ ਕੋਈ ਅੰਤ ਨਹੀਂ, ਇਹ ਆਪਣੇ ਆਪ ਦੇ ਵਿੱਚ ਹੀ ਹੋਂਦ ਰੱਖਣ ਵਾਲਾ ਹੈ। ਠੀਕ ਹੈ। ਇਹ ਆਤਮਾ ਹੈ, ਇਹਦਾ ਕੋਈ ਰੂਪ ਨਹੀਂ, ਪਰ ਇਹਦੇ ਵਿੱਚੋਂ ਇਹ ਉਤਪੰਨ ਜੋ ਕੀਤਾ, हाँ जी ਇਹ ਰੋਸ਼ਨੀ ਆ ਇੱਕ। ਅਜੇ ਉਹ ਨਹੀਂ ਬਣਿਆ, ਯਿਸੂ ਮਸੀਹ ਨਹੀਂ ਬਣਿਆ, ਵੀ ਅੱਗੇ ਜਾ ਕੇ ਵੇਖੋ ਸਮਝ ਲੱਗੇਗੀ ਸਾਨੂੰ। ਇਹਦੇ ਵਿੱਚੋਂ ਜੋ ਰੋਸ਼ਨੀ ਨਿਕਲੀ, ਜਾਂ ਉਹਨੂੰ ਕਿਹਾ ਗਿਆ ਥਿਓਫੈਨੀ, ਜਾਂ ਉਹਨੂੰ ਕਿਹਾ ਗਿਆ ਵਚਨ ਰੂਪੀ ਦੇ, मेन ਜਾਂ ਉਹਨੂੰ ਕਿਹਾ ਗਿਆ ਪੁੱਤਰ, ਜਾਂ ਉਹਨੂੰ ਕਿਹਾ ਗਿਆ ਰੋਸ਼ਨੀ ਜੋ ਪਰਮੇਸ਼ਵਰ ਦੇ ਵਿੱਚੋਂ ਨਿਕਲੀ। ਠੀਕ ਹੈ। ਆਮੀਨ। ਹੋਰ ਨਬੀ ਨੇ ਇੱਥੇ ਸਮਝਾਇਆ ਕਿ ਇਲੋਹੀਮ ਜਿਹੜਾ ਸੀ ਵੇਖਿਆ ਨਹੀਂ ਸੀ ਜਾ ਸਕਦਾ। ਠੀਕ ਹੈ। ਪਰ ਜਦ ਇਹ ਭਵਿੱਖਬਾਣੀ ਸੀ ਕਿ ਇੱਕ ਕੁਆਰੀ ਗਰਭਵਤੀ ਹੋਏਗੀ, ਇੱਕ ਪੁੱਤਰ ਨੂੰ ਜਨਮ ਦੇਵੇਗੀ, ਔਰ ਉਹਦਾ ਨਾਮ ਇਮੈਨੂਅਲ ਰੱਖਿਆ ਜਾਵੇਗਾ। ਹੁਣ ਜਿਹੜਾ ਇਹ ਇਲੋਹੀਮ ਸਾਨੂੰ ਦਿਖਾਈ ਨਹੀਂ ਦਿੰਦਾ, ਜਿਹਦੀ ਕੋਈ ਸ਼ੁਰੂਆਤ ਨਹੀਂ, ਜਿਹਦਾ ਕੋਈ ਅੰਤ ਨਹੀਂ, ਜਿਹੜਾ ਆਪਣੀ ਹੋਂਦ ਆਪੇ ਹੀ ਰੱਖਦਾ, ਇਹ ਜਿਹੜਾ ਫਿਰ ਸੀ ਉਹ ਇਮੈਨੂਅਲ ਨਹੀਂ ਸੀ ਹੋ ਸਕਦਾ। ਇਮੈਨੂਅਲ ਉਹ ਹੀ ਆ ਜਿਹੜਾ ਮਤਲਬ ਆ ਪਰਮੇਸ਼ਵਰ ਸਾਡੇ ਨਾਲ। ਹੁਣ ਆਤਮਾ ਸਾਡੇ ਨਾਲ ਨਹੀਂ ਸੀ ਹੋ ਸਕਦਾ, ਇਸ ਕਰਕੇ ਉਹਨੂੰ ਦੇਹ ਦੇ ਵਿੱਚ ਆਉਣਾ ਪੈਣਾ ਸੀ ਤਾਂ ਕਿ ਇੱਕ ਭਵਿੱਖਬਾਣੀ ਨੂੰ ਪੂਰਾ ਕਰਦਾ। ਹੁਣ ਜਦ ਇਹਦੇ ਵਿੱਚੋਂ ਨਿਕਲ ਰਹੀਆਂ ਲਾਈਟ ਜਾਂ ਸ਼ਬਦ, ਇਹਦੇ ਵਿੱਚੋਂ ਜਦ ਨਿਕਲਿਆ ਤੇ ਇਹ ਜਿਹੜਾ ਪਰਮੇਸ਼ਵਰ ਸੀ
ਉਹਨੇ ਪੂਰੇ ਤੌਰ ਤੇ ਆਪਣੇ ਆਪ ਨੂੰ ਇਸ ਦੇ ਵਿੱਚ ਉਡੇਲ ਦਿੱਤਾ। ਠੀਕ ਹੈ, ਆਮੀਨ। और देखो इलोहीम है, और जेड़ा शब्द दा मैं तुहानू थोड़ी डेफिनेशन देनी चाहुंदा। जेड़ी शब्द आ इहनू कहा जांदा यूनानी भाषा दे विच लोगोस। लोगोस, ठीक है। और जदों यूनानी भाषा दे विच इहनू लोगोस कहा जांदा, जिहदा अर्थ आ शब्द, जिहदा अर्थ आ थॉट, विचार। लोगोस का मतलब आ विचार। ये जिहड़ा हुण इलोहीम सी, इहदी सोच दे विच सी सारा कुछ, सोचां। और जिहड़ा आ बाइबल है साडे कोल, ये परमेश्वर दीयां सोचां है। और जदों सोच नूं बोलिया गया, सोच बोली गई, चानन हो जाए, और उसे वेले चानन हो गया, चानन होया। हाँ, ठीक है। हाँ। और जदों ये सोचां नूं प्रगट कीता गया, ये इलोहीम दे अंदर है सारा कुछ। ये जिहड़ा शब्द आ या ये लोगोस आ, ये परमेश्वर दा विचार है। और जदों ये ओहदे विचों निकलिया, शब्द बनिया, ਜਿਹੜਾ ਮੂੰਹ ਤੋਂ ਸਾਡੇ ਨਿਕਲਦਾ ਸ਼ਬਦ, ਇੱਕ ਸ਼ਬਦ, ਸ਼ਬਦਾਂ ਨੂੰ ਮਿਲਾ ਕੇ ਵਾਕ ਬਣ ਜਾਂਦੀ। ਵਾਕ ਜਦੋਂ ਵਾਕਾਂ ਤੋਂ ਬਾਅਦ ਜਦੋਂ ਵਾਕ ਜੁੜ ਜਾਂਦੇ ਆ, ਭਾਸ਼ਾ ਬਣ ਜਾਂਦੀ। ਇਦਾਂ ਹੀ ਕੁਝ। ਆਮੀਨ। ਠੀਕ ਕਰੋ। ਹਾਂਜੀ, ਸਾਡੇ ਆਈ ਫਿੱਟ ਹੋਈ ਜੀ। ਹਾਲੇਲੂਇਆ। ਸੋ ਇਹ ਜਿਹੜਾ ਵਚਨ ਆ, ਜਿਹਨੂੰ ਆਪਾਂ ਕਹਿੰਦੇ ਆ ਆਦ ਵਿੱਚ ਸ਼ਬਦ ਸੀ, ਇਹ यूनानी भाषा का शब्द आ लोगोस, जिहदा अर्थ आ सोच, विचार। हुण परमेश्वर जिहड़ा सी अनंत है, और अनंत परमेश्वर दीयां जिहड़ियां सोचां, जिहड़े उहदे विचार, जिहड़े उहदे अंदर सी, जद उहदे तो अलग होए, वो बनया वचन। यह वचन जो लिखती रूप में साडे कोल है। आमीन। हुण जदों ये वचन जिहड़ा आ, हुण इत्थे तुहानूं समझ लग गई कि ये आ अनंत परमेश्वर आत्मा के रूप में। ਉਹਦੇ ਵਿੱਚੋਂ ਨਿਕਲਿਆ ਸ਼ਬਦ, ਲਾਈਟ, ਜਾਂ सन कह सकते तुसीं, पुत्र या थियोफैनी। हालेलुया। और परमेश्वर ने एक से शब्द तो शरीर नूं तैयार किया। जो यूहन्ना दी किताब दे विच ये जिहड़ा शब्द आ 1:14 दे विच लिखिया, वो फिर जिहड़ा शब्द देहधारी हो गया। समझ लगी? ये शब्द ने देह धार लई। हालेलुया। और जदों इस शब्द ने देह धार लई, और इत्थे आन के जिहड़ा सारा कुछ ही उन्हें अपने आप नूं इस दे विच उडेल दिता। परमेश्वर ने सारे दा सारा ही, अद्धा चद्दा नहीं। बाइबल च लिखिया परमेश्वर ताई दी सारी भरपूरी निरसंदेह ओहदे विच वास करदी सी, बिना शक दे। सारी भरपूरी दे विच उन्हें अपने आप नूं ओहदे विच उडेल दिता सी। हुण जदों आदमी डिग्गिया, और परमेश्वर दे मन दे विच सी कि मैं इस डिगे होए नूं छुटकारा देना है। और जदों ये जिहड़ा अनंत परमेश्वर आ, आत्मा परमेश्वर आ, उन्हें अपने आप नूं जदों इस शब्द दे विच उडेल दिता, ते इहनूं छुटकारा देण दे लई इस शब्द ने देह धारी, और वो जिहड़ी देह धार के दे विचों निकलिया, वो सी यीशु मसीह।
ਆਮੀਨ। ਇਸੇ ਕਰਕੇ ਤੁਹਾਨੂੰ ਇਹ ਲਿਖਤਾਂ ਹੁਣ ਸਮਝ ਆਉਣਗੀਆਂ ਜਿਹੜੀਆਂ ਯਿਸੂ ਮਸੀਹ ਨੇ ਆਪਣੇ ਬਾਰੇ ਕਹੀਆਂ ਕਿ ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰਦਾ, ਪਿਤਾ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਹੈ। ਹਾਂਜੀ, ਉਹ ਲਾਈਟ। ਆਮੀਨ। ਇਸ ਲਈ ਕਈ ਵਾਰੀ ਜੋ ਸਾਡੇ ਸਾਹਮਣੇ ਲਿਖਤਾਂ ਹੁੰਦੀਆਂ ਉਹ ਗੱਲ ਕਰਦਾ ਪਿਤਾ ਪਿਤਾ ਪਿਤਾ, ਤੇ ਸਾਨੂੰ ਲੱਗਦਾ ਕਿ ਪਿਤਾ ਹੋ ਰਿਹਾ, ਉਹ ਪੁੱਤਰ ਵੱਖਰਾ ਆ, ਔਰ ਉਹਨੂੰ ਹੁਣ ਪੁੱਤਰ ਹੀ ਕਿਉਂ ਕਿਹਾ ਜਾਂਦਾ ਹੈ ਯਿਸੂ ਮਸੀਹ ਨੂੰ? ਕਿਉਂਕਿ ਉਹ ਆਤਮਾ ਜਿਹੜਾ ਪਰਮੇਸ਼ਵਰ ਆਤਮਾ ਸੀ, ਉਹ ਉਹਦੇ ਵਿੱਚੋਂ ਜਦੋਂ ਨਿਕਲਿਆ, ਇਸ ਕਰਕੇ ਉਹਨੂੰ ਪੁੱਤਰ ਕਿਹਾ ਗਿਆ। ਉਹਨੇ ਸਾਡੇ ਬੱਚੇ ਸਾਡੇ ਤੁਖਮ ਚੋਂ ਜਦ ਨਿਕਲਦੇ ਆ, ਉਹ ਸਾਡੇ ਇਸੇ ਕਰਕੇ ਸਾਡੇ ਬੱਚੇ ਆ, ਅਸੀਂ ਉਹਨਾਂ ਦੇ ਬਾਪ ਆ, ਕਿਉਂਕਿ ਉਹ ਸਾਡੇ ਵਿੱਚੋਂ ਨਿਕਲੇ ਆ। ਆਮੀਨ। ਇਸੇ ਕਰਕੇ ਜ਼ਿਆਦਾਤਰ ਹੁਣ ਜਦੋਂ ਯਿਸੂ ਮਸੀਹ ਇਸ ਧਰਤੀ ਦੇ ਉੱਪਰ ਸੀ, ਔਰ ਜਦ ਆਪਣੇ ਚੇਲਿਆਂ ਦੇ ਨਾਲ ਵੀ ਗੱਲਾਂ ਕਰਦਾ, ਔਰ ਉੱਥੇ ਫਿਲਿਪਸ ਆ ਸ਼ਾਇਦ, ਜਿਹੜੇ ਨੇ ਕਿਹਾ ਸਾਨੂੰ ਪਿਤਾ ਦੇ ਦਰਸ਼ਨ ਕਰਾ। ਫਿਲਿਪਸ ਕਹਿੰਦਾ ਨਾ, ਫਿਲਿਪਸ ਨੇ ਕਿਹਾ ਕਹਿੰਦਾ ਦਰਸ਼ਨ ਖਾ ਜਾ, ਸਾਨੂੰ ਪਿਤਾ ਦੇ ਦਰਸ਼ਨ ਕਰਾ। ਉਹ ਦੂਜੇ ਲਫ਼ਜ਼ਾਂ ਵਿੱਚ ਏਦਾਂ ਕਹਿ ਸਕਦੇ ਆ, ਉਹ ਕਹਿੰਦਾ ਸੀ ਕਿ ਸਾਨੂੰ ਤੂੰ ਯਹੋਵਾ ਪਰਮੇਸ਼ਵਰ ਵਿਖਾ। ਔਰ ਉਹਨੇ ਕਿਹਾ ਕਿ ਫਿਲਿਪਸ, ਤੂੰ ਇੰਨੇ ਚਿਰ ਦਾ ਮੇਰੇ ਨਾਲ ਆ, ਤੂੰ ਅਜੇ ਵੀ ਤਸਲੀਸੀ ਆ, ਤੂੰ ਅਜੇ ਵੀ ਤਸਲੀਸ ਨੂੰ ਮੰਨਣ ਵਾਲਾ ਆ। ਔਰ ਉਹਨੇ ਕਿਹਾ ਜਿਨੇ ਮੈਨੂੰ ਵੇਖਿਆ ਉਹਨੇ ਮੇਰੇ ਪਿਤਾ ਨੂੰ ਵੇਖਿਆ। ਆਮੀਨ। ਔਰ ਇਹਦਾ ਮਤਲਬ ਇਹ ਕਿ ਯਿਸੂ ਮਸੀਹ ਜੋ ਸੀ ਉਹ ਸਾਰੀ ਭਰਪੂਰੀ ਪਰਮੇਸ਼ਵਰ ਦੀ ਉਹਦੇ ਵਿੱਚ ਆ, ਔਰ ਇਸੇ ਕਰਕੇ ਉਹ ਕਹਿ ਸਕਿਆ ਕਿ ਜਿਨੇ ਮੈਨੂੰ ਵੇਖਿਆ ਉਹਨੇ ਮੇਰੇ ਪਿਤਾ ਨੂੰ ਵੇਖਿਆ। ਇਸੇ ਕਰਕੇ ਉਹ ਕਹਿ ਸਕਿਆ ਕਿ ਮੈਂ ਆਪਣੇ ਪਿਤਾ ਦੇ ਨਾਮ ਤੇ ਆਇਆ। ਹਾਲੇਲੂਇਆ। ਔਰ ਜਦੋਂ ਯਿਸੂ ਮਸੀਹ ਨੇ ਉਸ 38 ਸਾਲ ਦੇ ਰੋਗੀ ਨੂੰ ਚੰਗਿਆ ਕੀਤਾ, ਆਮੀਨ, ਔਰ ਜਦੋਂ ਯਿਸੂ ਮਸੀਹ ਨੇ ਉਹਨੂੰ ਚੰਗਿਆ ਕੀਤਾ ਤੇ ਉਹਨਾਂ ਨੇ ਕਿਹਾ ਕਿ ਸ਼ਾਇਦ 5 ਦੇ ਵਿੱਚ ਆ, ਯਹੂਨਾ ਦੀ ਕਿਤਾਬ 5 ਅਧਿਆਏ ਦੇ ਵਿੱਚ, ਹਾਂ 5:43 ਵਿੱਚ, ਮੈਂ ਆਪਣੇ ਪਿਤਾ ਦੇ ਨਾਮ ਤੇ ਆਇਆ ਹਾਂ ਅਤੇ ਤੁਸੀਂ ਮੈਨੂੰ ਨਹੀਂ ਮੰਨਦੇ, ਅਤੇ ਜੇ ਕੋਈ ਆਪਣੇ ਨਾਮ ਤੇ ਆਵੇ ਤਾਂ ਉਹ ਤੁਸੀਂ ਉਹਨੂੰ ਮੰਨ ਲਓਗੇ। ਆਮੀਨ। ਉਹ ਜਦੋਂ ਉਹ 38 ਸਾਲ ਦਾ ਰੋਗੀ ਸੀ ਜਿਹਨੂੰ ਯਿਸੂ ਮਸੀਹ ਨੇ ਚੰਗਿਆ ਕੀਤਾ ਸੀ, ਔਰ ਜਦੋਂ ਉਹ ਜਿਹੜਾ ਰੋਗੀ ਹੈਕਲ ਦੇ ਵਿੱਚ ਆਇਆ ਔਰ ਉਹਨੂੰ ਉਹਨਾਂ ਨੇ ਪੁੱਛਿਆ ਕਿ ਆ ਬੰਦਾ ਕਹਿੰਦੇ ਆ ਗਿਆ ਜਿਹਨੂੰ ਚੰਗਾ ਕੀਤਾ, ਤੇ ਉਹਨਾਂ ਨੂੰ ਪੁੱਛਿਆ ਕਿ ਤੈਨੂੰ ਕਿਹਨੇ ਚੰਗਿਆ ਕੀਤਾ? ਉਹਨੇ ਕਿਹਾ ਯਿਸੂ ਮਸੀਹ ਨੇ ਮੈਨੂੰ ਚੰਗਿਆ ਕੀਤਾ। ਤਾਂ 16 ਦੇ ਵਿੱਚ ਲਿਖਿਆ, ਇਸੇ ਕਾਰਨ ਯਹੂਦੀਆਂ ਨੇ ਯਿਸੂ ਨੂੰ ਸਤਾਇਆ ਜੋ ਉਹ ਸ਼ਬਦ ਦੇ ਜਿਹੜੇ ਕੰਮ ਕਰਦਾ ਹੁੰਦਾ ਸੀ। ਪਰ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੇਰਾ ਪਿਤਾ ਹੁਣ 30 ਕੰਮ ਕਰਦਾ ਹੈ ਅਤੇ ਮੈਂ ਵੀ ਕਰਦਾ ਹਾਂ। ਇਸ ਕਾਰਨ ਯਹੂਦੀ ਹੋਰ ਵੀ ਉਹਦੇ ਮਾਰ ਸੁੱਟਣ ਦੇ ਮਗਰ ਪਏ, ਕਿਉਂਕਿ ਉਹ ਕੇਵਲ ਸ਼ਬਦ ਦੇ ਦਿਨ ਨੂੰ ਹੀ ਨਹੀਂ ਟਾਲਦਾ, ਸਗੋਂ ਪਰਮੇਸ਼ਵਰ ਨੂੰ ਆਪਣਾ ਪਿਤਾ ਕਹਿ ਕੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਤੁੱਲ ਬਣਾਉਂਦਾ ਸੀ। ਇਹ ਕਿਹਾ ਉਹਨਾਂ ਦਾ ਮੰਨਣਾ ਸੀ ਕਿ ਸਾਨੂੰ ਬਾਈਬਲ ਇਹ ਸਿਖਾਉਂਦੀ ਆ ਕਿ ਪਰਮੇਸ਼ਵਰ ਆਤਮਾ ਆ, ਤੇ ਯਿਸੂ ਮਸੀਹ ਨੇ ਵੀ ਇਹਦਾ ਇਨਕਾਰ ਨਹੀਂ ਕੀਤਾ। ਇਸੇ ਕਰਕੇ ਉਹ ਹਰ ਜਗ੍ਹਾ ਤੇ ਕਹਿੰਦਾ ਆ ਕਿ ਮੇਰਾ ਪਿਤਾ ਮੇਰਾ ਪਿਤਾ। ਆਮੀਨ। ਔਰ ਉਹ ਇੱਥੇ ਕਹਿ ਰਿਹਾ ਕਿ ਇਹ ਸਿਰਫ ਐਤਵਾਰ ਨੂੰ ਹੀ ਨਹੀਂ ਕੱਟਦਾ, ਪਰ ਇਹ ਕਹਿੰਦਾ ਆ ਕਿ ਪਰਮੇਸ਼ਵਰ ਮੇਰਾ ਪਿਤਾ ਆ, ਔਰ ਏਦਾਂ ਕਹਿ ਕੇ ਇਹ ਆਪਣੇ ਆਪ ਨੂੰ ਪਰਮੇਸ਼ਵਰ ਦੇ ਤੁੱਲ ਬਣਾਉਂਦਾ। ਹਾਲੇਲੂਇਆ। ਸਮਝ ਗਏ ਤੁਸੀਂ? ਸੋ ਮੈਂ ਬਹੁਤ ਹਵਾਲੇ ਨੋਟ ਕੀਤੇ ਜਿਨ ਮੈਂ ਪੂਰਾ ਨਹੀਂ ਕਰ ਸਕਾਂਗਾ ਕਿ ਕਿੱਦਾਂ ਇਹ ਜਿਹੜੀ ਤਸਲੀਸ ਹੈ, ਤਸਲੀਸ ਨੇ ਕਿੱਦਾਂ ਬਪਤਿਸਮਾ ਬਦਲਿਆ ਰੋਮਨ ਕੈਥੋਲਿਕ ਨੇ। ਆਪਾਂ ਸਾਰਾ ਇਤਿਹਾਸ ਜੇ
ਜੇ ਮੈਂ ਚੀਜ਼ਾਂ ਨੋਟ ਕੀਤੀਆਂ ਜੇ ਆਪਾਂ 1 ਘੰਟਾ ਹੋਰ ਚਾਹੀਦਾ ਸਾਨੂੰ ਤੇ ਇਹਨੂੰ ਚੰਗਾ ਅਸੀਂ ਅਗਲੇ ਹਫਤੇ ਗੱਲ ਕਰ ਸਕਦੇ ਹਾਂ। ਕੋਈ ਗੱਲ ਨਹੀਂ। ਸੋ ਮੈਂ ਚਾਹੁੰਦਾ ਹਾਂ ਕਿ ਥੋੜਾ ਜਿਹਾ ਮੈਂ ਤੁਹਾਨੂੰ ਥੋੜੇ ਸ਼ਬਦਾਂ ਵਿੱਚ ਦੱਸਾਂਗਾ ਕਿ ਇਹ ਤਿੰਨ ਪਰਮੇਸ਼ਵਰ ਦਾ ਜਿਹੜਾ ਫਾਰਮੂਲਾ ਹੈ ਇਹ ਰੋਮਨ ਕੈਥੋਲਿਕ ਨੇ ਸ਼ੁਰੂ ਕੀਤਾ ਔਰ ਉਹਨਾਂ ਨੇ ਛੋਟੇ ਬੱਚਿਆਂ ਦੇ ਬਪਤਿਸਮਾ ਦੇਣਾ ਸ਼ੁਰੂ ਕਰ ਦਿੱਤਾ ਔਰ ਇਸੇ ਤਰ੍ਹਾਂ ਅੱਗੇ ਅੱਗੇ ਯਾਦ ਅਸੀਂ ਵਧਦੇ ਜਾਂਦੇ ਹਾਂ ਔਰ ਇਸ ਤਰ੍ਹਾਂ ਆ ਤੁਹਾਡੀ ਜਿਹੜੀ ਬਾਈਬਲ ਆ ਇਹਦੇ ਵਿੱਚ 66 ਕਿਤਾਬਾਂ ਹਨ। ਹਾਂਜੀ 66 ਕਿਤਾਬਾਂ ਪਰ ਰੋਮਨ ਕੈਥੋਲਿਕ ਨੇ ਭਾਈ ਰਾਜ ਸਹੀ ਵਧੀਆ ਦੱਸਿਆ ਉਹਨਾਂ ਨੇ 7 ਕਿਤਾਬਾਂ ਹੋਰ ਇਹਦੇ ਵਿੱਚ ਜੋੜ ਦਿੱਤੀ ਆਪਣੇ ਕੋਲੋਂ ਜੋੜੀਆਂ ਔਰ ਇਹ ਉਹ ਕਹਿੰਦੇ ਆ ਕਿ ਸਾਡਾ ਅਧਿਕਾਰ ਆ ਕਿ ਇਹਦੇ ਵਿੱਚ ਆਪਾਂ ਕੁਝ ਪਾ ਵੀ ਸਕਦੇ ਆ ਇਹਦੇ ਵਿੱਚੋਂ ਕੱਢ ਵੀ ਸਕਦੇ ਹਾਂ। ਉਹ ਸਭ ਤੋਂ ਕਹਿੰਦੇ ਆ ਕਿ ਪੋਪ ਜੋ ਕੁਝ ਉਹਨੇ ਲਿਖਤਾ ਬਸ ਉਹੀ ਸਾਰਾ ਕੁਝ ਹੈ। ਹਾਂਜੀ ਬੰਦੇ ਨਹੀਂ ਮੰਨਦੇ ਨਾ। ਹਾਂਜੀ ਪਰ ਬਾਈਬਲ ਤੇ ਜਦੋਂ ਸਾਰੀ ਬਾਈਬਲ ਲਿਖੀ ਗਈ ਔਰ ਪ੍ਰਕਾਸ਼ ਦੀ ਪੋਥੀ 22 ਅਧਿਆਇ ਦੇ ਐਂਡ ਤੇ ਉਹਨਾਂ ਇਹੋ ਗੱਲ ਹੀ ਕਹੀ ਕਿ ਜੇ ਕੋਈ ਵੀ ਇਹਦੇ ਵਿੱਚੋਂ ਕੁਝ ਨਾ ਤੁਸੀਂ ਵਧਾ ਸਕਦੇ ਨਾ ਤੁਸੀਂ ਇਹਨਾਂ ਨੂੰ ਵਧਾ ਸਕਦੇ ਕਰੂਗਾ ਤੇ ਬਾਬਾ ਆਉਣਗੇ। ਹਾਂਜੀ ਵਧੀਆ ਹਾਲੇਲੂਇਆ ਆਮੇਨ। ਇਸ ਤਰ੍ਹਾਂ 15ਵੀਂ ਸਦੀ ਦੇ ਵਿੱਚ ਜਦੋਂ ਪਰਮੇਸ਼ਵਰ ਨੇ ਮਾਰਟਿਨ ਲੂਥਰ ਨੂੰ ਇਸਤੇਮਾਲ ਕੀਤਾ ਔਰ ਮਾਰਟਿਨ ਲੂਥਰ ਨੇ ਭਾਵੇਂ 95 ਦੋਸ਼ ਪੱਤਰੀਆਂ ਹਾਂਜੀ ਉਹ ਕੈਥੋਲਿਕ ਦੇ ਵਿੱਚੋਂ ਨਿਕਲਿਆ ਹਾਂਜੀ ਹਾਂਜੀ ਔਰ ਉਹਨੇ ਕਿਹਾ ਕਿ ਆ 95 ਗੱਲਾਂ ਆ ਜਿਹੜੀਆਂ ਗਲਤ ਆ ਹਾਂਜੀ ਬਾਈਬਲ ਦੇ ਵਿੱਚ ਮੈਚ ਨਹੀਂ ਕਰਦੀਆਂ ਔਰ ਉਹਨੇ ਬੂਹੇ ਤੇ ਲਾਤੀਆਂ ਜਾ ਚਰਚ ਦੇ ਬਹੁਤ ਵਧੀਆ ਆਮੀਨ। ਪਰ ਇਹ ਵੀ ਬੰਦਾ ਬਪਤਿਸਮਾ ਇਹਨੇ ਵੀ ਉਹ ਛਟੇਰਾ ਸੀ ਇਹਦਾ ਵੀ ਔਰ ਇਹ ਵੀ ਬੱਚਿਆਂ ਦੇ ਬਪਤਿਸਮੇ ਨੂੰ ਵੀ ਅੱਗੇ ਲੈ ਕੇ ਗਏ। ਪਰ ਥੋੜੀ ਜਿਹੀ ਗੱਲਾਂ ਰੱਖਦਾ ਬਾਅਦ ਅੱਗੇ ਵਧਦੇ ਜਾਂਦੇ ਔਰ 1650 ਯਾਨੀ ਕਿ 16ਵੀਂ ਸਦੀ ਦੇ ਵਿੱਚ ਕ੍ਰੈਕਰ ਮਿਸ਼ਨਰੀ ਜਦੋਂ ਆਏ ਔਰ ਉਹਨਾਂ ਨੇ ਕਿਹਾ ਕਿ ਬਪਤਿਸਮੇ ਦੀ ਲੋੜ ਹੀ ਨਹੀਂ ਹੈ। ਉਸ ਤੋਂ ਬਾਅਦ 17ਵੀਂ ਸਦੀ ਦੇ ਵਿੱਚ ਬਹੁਤ ਵਧੀਆ ਮੈਥੋਡਿਸਟ ਚਰਚ ਯਾਨੀ ਕਿ ਜੌਨ ਵੈਂਜਲੀ ਆਇਆ ਪਰਮੇਸ਼ਵਰ ਨੇ ਜੌਨ ਵੈਂਜਲੀ ਨੂੰ ਇਸਤੇਮਾਲ ਕੀਤਾ। ਹਾਂਜੀ ਔਰ ਜਦੋਂ ਜੌਨ ਵੈਂਜਲੀ ਨੂੰ ਪਰਮੇਸ਼ਵਰ ਨੇ ਇਸਤੇਮਾਲ ਕੀਤਾ ਤੇ ਉਹਨਾਂ ਤੋਂ ਬਣੇ ਮੈਥੋਡਿਸਟ ਔਰ ਮੈਥੋਡਿਸਟ ਵੀ ਤਿੰਨਾਂ ਪਰਮੇਸ਼ਵਰਾਂ ਦੇ ਵਿੱਚ ਹੀ ਉਹਨਾਂ ਦਾ ਬਪਤਿਸਮਾ ਸੀ। ਉਹਨਾਂ ਨੇ ਵੀ ਤਸਲੀਸ ਨੂੰ ਵੀ ਮੰਨਿਆ ਇਹਨੇ ਖੁਦਾ ਮੰਨੇ। ਹਾਂਜੀ ਔਰ ਇਸੇ ਕਰਕੇ ਹੀ ਬਾਈਬਲ ਕਹਿੰਦੀ ਆ ਕਿ ਉਹ ਵੱਡੀ ਕੰਜਰੀ ਔਰ ਉਹਦੀਆਂ ਧੀਆਂ ਵੀ ਔਰ ਜੋ ਉਹਦੇ ਵਿੱਚੋਂ ਨਿਕਲੀਆਂ ਉਹਨਾਂ ਨੇ ਆਪਣੀ ਮਾਂ ਦੀ ਸਿੱਖਿਆ ਉਹ ਅੱਗੇ ਲੈ ਕੇ ਗਏ। ਕਿੰਨੇ ਆਮੀਨ ਕਹਿੰਦੇ? ਬਿਲਕੁਲ ਠੀਕ ਹੈ। ਔਰ ਜੋ ਜਿੱਦਾਂ ਦੇ ਇਹਨਾਂ ਦੇ ਰੂਲ ਸੀ ਜਿੱਦਾਂ ਦੇ ਇਹਨਾਂ ਨੇ ਮੈਥਡ ਅਪਣਾਏ ਔਰ ਇਹ ਘਰਾਂ ਘਰਾਂ ਦੇ ਵਿੱਚ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸੀ ਔਰ ਇਸੇ ਕਾਰਨ ਇਹਨਾਂ ਨੂੰ ਮੈਥੋਡਿਸਟ ਕਿਹਾ ਗਿਆ। ਔਰ ਉਸ ਤੋਂ ਬਾਅਦ ਸਾਲਵੇਸ਼ਨ ਆਰਮੀ ਆਈ। ਵਿਲੀਅਮ ਬੂਥ ਨਾਂ ਦਾ ਬੰਦਾ ਸੀ ਜਿਹਨੂੰ ਪਰਮੇਸ਼ਵਰ ਨੇ ਇਸਤੇਮਾਲ ਕੀਤਾ ਔਰ ਵਿਲੀਅਮ ਬੂਥ ਪਹਿਲਾ ਜਨਰਲ ਸਾਲਵੇਸ਼ਨ ਆਰਮੀ ਦਾ ਬਣਿਆ 18ਵੀਂ ਸਦੀ ਦੇ ਵਿੱਚ। ਔਰ ਇਹਨਾਂ ਨੇ ਵੀ ਕਿਹਾ ਕਿ ਜਿਹੜਾ ਬਪਤਿਸਮਾ ਔਰ ਪ੍ਰਭੂ ਭੋਜ ਆ ਇਹ ਜਿੰਨੇ ਵੀ ਇਹ ਸਾਕਰਾਮੈਂਟ ਆ ਇਹਨਾਂ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਵੀ ਇੱਕ ਝੰਡਾ ਲਿਆ ਉਹਦੇ ਹੇਠਾਂ ਦੀ ਨੰਗਾਇਆ ਔਰ ਬਪਤਿਸਮਾ ਹੋ ਗਿਆ। ਪਤਾ ਲੱਗ ਰਿਹਾ ਬਹੁਤ ਵਧੀਆ। 1840 ਦੇ ਵਿੱਚ ਉਸ ਤੋਂ ਬਾਅਦ ਮੋਰਮਨ ਆਏ ਔਰ ਇਹ ਜੋਸਫ ਸਮਿਥ ਨਾਂ ਦੇ ਬੰਦਾ ਇਹਦਾ ਫਾਊਂਡਰ ਸੀ
ਔਰ ਇਹਨਾਂ ਜਿਹੜੇ ਮੋਰਮਨ ਆ ਇਹਨਾਂ ਦੀ ਸਿੱਖਿਆ ਸੀ ਕਿ ਜਿੱਦਾਂ ਬਸ ਮੈਂ ਖਤਮ ਕਰਨ ਵਾਲਾ, ਧਿਆਨ ਨਾਲ ਸੁਣਿਓ। ਇਹ ਜਿਹੜੇ ਮੋਰਮਨ ਸੀ ਇਹਨਾਂ ਦੀ ਇਹ ਸਿੱਖਿਆ ਸੀ ਕਿ ਜਦੋਂ ਬੰਦਾ ਬਿਨਾਂ ਬਪਤਿਸਮਾ ਲਿਆਏ ਮਰ ਜਾਂਦਾ ਹੈ ਤੇ ਅਸੀਂ ਉਹਦੇ ਨਾਂ ਦੇ ਵਿੱਚ ਬਪਤਿਸਮਾ ਲੈ ਲੈਨੇ ਆ। ਉਹ ਕਹਿੰਦੇ ਕਿ ਉਹਦੇ ਨਾਂ ਦੇ ਬਪਤਿਸਮਾ ਲੈ ਕੇ ਉਹਦੇ ਜਿਹੜੇ ਪਾਪ ਆ ਉਹਨਾਂ ਨੂੰ ਬਖਸ਼ਾਇਆ ਜਾ ਸਕਦਾ। ਔਰ ਇਹਦੇ ਲਈ ਉਹ ਆਇਤ ਦਿੰਦੇ ਆ, ਪਹਿਲਾ ਕਰੰਥੀ ਆ 15 ਅਧਿਆਇ ਦੱਸਦੀ ਆ। ਆਮੀਨ ਕਹਿ ਸਕਦੇ? ਬਪਤਿਸਮਾ ਲੈਣ ਦੀ ਲੋੜ ਕਿਹਨੂੰ? ਜੀਂਦੇ ਨੇ ਆਪਾਂ ਨੂੰ। ਤੇ ਸਾਡਾ ਪਿਓ ਮਰ ਗਿਆ ਤੇ ਹੁਣ ਬਪਤਿਸਮਾ ਲੈ ਕੇ ਆਖੇ ਉਹਨੂੰ ਸਵਰਗਾਂ 'ਚ ਲੈ ਜਾਂਦੇ। ਹਾਂਜੀ ਬਹੁਤ ਉਹ ਭਾਈ ਰਾਏ ਆਪਾਂ ਕਈ ਵਾਰੀ ਜਨਾਜ਼ਿਆਂ ਤੇ ਕਈ ਵਾਰੀ ਉਹ 10ਵੇਂ ਦੀਆਂ ਮੀਟਿੰਗਾਂ ਹੋਈਆਂ, ਔਰ ਕਈ ਵਾਰੀ ਅਸੀਂ ਸਾਰਿਆਂ ਨੇ ਪ੍ਰਚਾਰ ਵੀ ਸੁਣੇ। ਤਾਂ ਭਾਈ ਹੋਰਾਂ ਨੇ ਭਾਈ ਕਿੱਕੇ ਦੀ ਮੀਟਿੰਗ ਤੇ ਕਿਹਾ ਸੀ ਕਿ ਵੇਖੋ ਇਹ ਮੇਰਾ ਭਣੇਵਾਂ ਹੈ, ਤੇ ਜਿੱਦਾਂ ਦੂਜੇ ਫਰਮਾਇਸ਼ ਕਰਦੇ ਫਿਰ ਮੈਂ ਵੱਧ ਕਰਨੀ ਸੀ ਕਿਉਂਕਿ ਭਣੇਵਾਂ ਜੀ ਹੋਇਆ। ਹਾਂਜੀ, ਪਰ ਏਦਾਂ ਕਰ ਨਹੀਂ ਸਕਦੇ, ਠੀਕ ਹੈ। ਪਰ ਇਹ ਹੋਰ ਹੀ ਆ ਜਿਹੜੇ ਕਹਿੰਦੇ ਆ ਕਿ ਮੁਰਦਿਆਂ ਨੂੰ ਪ੍ਰਭੂ ਸ਼ਾਂਤੀ ਦੇ ਤੇ ਅਨੰਤ ਜੀਵਨ ਪਾਵਣ। ਇਹ ਤੁਹਾਨੂੰ ਪਤਾ ਹੀ ਆ। ਇਹ ਸਾਰੀਆਂ ਚੀਜ਼ਾਂ ਕਿੱਥੋਂ ਆਏ? ਇਹ ਚਰਚ ਸੀ ਬ੍ਰਦਰਨ ਇਨ ਕ੍ਰਾਈਸਟ, ਇਹ ਉਹਨਾਂ ਦੀ ਸਿੱਖਿਆ ਹੈ। ਨਹੀਂ ਜਿਹੜਾ ਮੈਂ ਤੁਹਾਨੂੰ ਦੱਸ ਕੇ ਹਟਿਆ ਉਹ ਮੋਰਮਨ ਸੀ, ਪਰ ਉਸ ਤੋਂ ਬਾਅਦ ਇਹ ਆ ਬ੍ਰਦਰਨ ਇਨ ਕ੍ਰਾਈਸਟ। ਔਰ ਇਹਨਾਂ ਦੀ ਸਿੱਖਿਆ ਆ ਕਿ ਯਿਸੂ ਮਸੀਹ ਜਦੋਂ ਮਰਿਆ ਉਹ ਸਾਹਮਣੇ ਵਾਲੇ ਪਾਸੇ ਏਦਾਂ ਕਰਕੇ ਮਰਿਆ ਸਲੀਬ ਦੇ ਉੱਪਰ। ਇਸ ਕਰਕੇ ਜਿਹੜਾ ਬਪਤਿਸਮਾ ਆ 3 ਵਾਰੀ ਡੋਬ ਕੇ ਹੋਣਾ ਚਾਹੀਦਾ, ਇਸ ਤਰ੍ਹਾਂ ਮੂੰਹ ਦੇ ਬੰਨੇ ਡੋਬੀ ਜਾਣਾ ਚਾਹੀਦਾ। ਹਾਂਜੀ, ਔਰ ਇਹ ਉਹਨਾਂ ਦੀ ਸਿੱਖਿਆ ਸੀ। ਇੱਕ ਨੇ ਕਮਲਾ ਵਾ ਜਾਂਦਾ ਜਿਹੜਾ ਬੰਦਾ ਥੱਲੇ ਲਿਆਈਦਾ ਉਹ ਵਾਲਾ ਹੋਵੇ ਕਹਿੰਦਾ ਉਹਨੂੰ ਵੀ ਨੱਕ ਫੜ ਕੇ ਤੇ ਫੇਰ ਥੱਲੇ ਲੈ ਕੇ ਜਾਂਦਾ। ਮੈਂ ਕਹਿੰਦਾ ਇੱਕ ਨੇ ਡਾਡਾ ਮਾਰ ਕੇ। ਸੋ ਕਹਿਣ ਦਾ ਮਤਲਬ ਹੈ ਕਿ ਇੱਥੇ ਵੇਖੋ ਬ੍ਰਦਰਨ ਆ, ਕੈਥੋਲਿਕ ਆ, ਲੂਥਰਨ ਆ, ਕੁਆਕਰ ਆ ਜਾਂ ਮੈਥੋਡਿਸਟ ਆ ਜਾਂ ਸਾਲਵੇਸ਼ਨ ਆਰਮੀ, ਮੋਰਮਨ। ਇਹਦਾ ਮਤਲਬ ਫਿਰ ਬਪਤਿਸਮਾ ਬੰਦਾ ਆਮ ਬੰਦਾ ਕਨਫਿਊਜ਼ ਹੋ ਜਾਂਦਾ ਕਿ ਬਪਤਿਸਮਾ ਫਿਰ ਹੋਣਾ ਕਿੱਦਾਂ ਚਾਹੀਦਾ, ਕਿੱਧਰ ਜਾਏ ਬੰਦਾ। ਤਾਂ ਬਾਈਬਲ ਤੇ ਸਾਨੂੰ ਫਿਰ ਦੱਸਦੀ ਆ ਕਿ ਇੱਕੋ ਨੇਚਰ, ਇੱਕੋ ਪ੍ਰਭੂ ਤੇ ਇੱਕੋ ਹੀ ਬਪਤਿਸਮਾ ਹੈ। ਹਾਂਜੀ ਹਾਂਜੀ, ਅਫਸੀਆਂ 4। ਆਮੀਨ। ਤੇ ਇਹ ਫਿਰ ਜਿਹੜੇ ਦੂਜੇ ਤੀਜੇ ਬਣੇ, ਇਹਦਾ ਮਤਲਬ ਇਹ ਆ ਕਿ ਫਿਰ ਇਹ ਆਪਣੀ ਸਿੱਖਿਆ ਹੈ। ਤੇ ਫਿਰ ਜਿਹੜਾ ਸਹੀ ਆ ਉਹਦੇ ਵਿੱਚ ਜਾਣ ਵਾਸਤੇ ਸਾਨੂੰ ਲੱਭਣਾ, ਸਾਨੂੰ ਫਿਰ ਬਾਈਬਲ ਦੇ ਵਿੱਚ ਹੀ ਜਾਣਾ ਪੈਣਾ ਕਿ ਚੇਲਿਆਂ ਨੇ ਕਿੱਦਾਂ ਦਿੱਤਾ। ਆਮੀਨ। ਔਰ ਚੇਲਿਆਂ ਨੇ ਰਸੂਲਾਂ ਦੇ ਕਿਤਾਬ 2 ਅਧਿਆਇ 38 ਆਇਤ ਨੂੰ ਉਹਨਾਂ ਨੇ ਵਰਤਿਆ। ਉਹਨਾਂ ਨੇ ਕਿਹਾ ਕਿ ਤੌਬਾ ਕਰੋ, ਤੁਹਾਡੇ ਵਿੱਚ ਹਰ ਇੱਕ ਆਪੋ ਆਪਣੇ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਔਰ ਇਹਦਾ ਮਤਲਬ ਇਹ ਹੈ ਕਿ ਉੱਥੇ 3000 ਲੋਕਾਂ ਨੂੰ ਬਪਤਿਸਮਾ ਦਿੱਤਾ ਗਿਆ। ਉਸ ਤੋਂ ਬਾਅਦ 5000। ਔਰ ਬਾਈਬਲ ਵਿੱਚ ਲਿਖਿਆ ਪਰਮੇਸ਼ਵਰ ਦਿਨੋ ਦਿਨੀ ਉਹਨਾਂ ਦੇ ਵਿੱਚ ਉਹਨਾਂ ਨੂੰ ਰਲਾਉਂਦਾ ਹੈ। ਬਹੁਤ ਵਧੀਆ, ਬਹੁਤ ਹਾਲੇਲੂਇਆ, ਆਮੀਨ। ਔਰ ਇਸ ਤਰ੍ਹਾਂ ਸਾਨੂੰ ਬਾਈਬਲ ਰਸੂਲਾਂ ਦੀ ਕਿਤਾਬ ਦੇ ਵਿੱਚ ਅਨੇਕਾਂ ਹਵਾਲੇ ਯਿਸੂ ਮਸੀਹ ਦੇ ਬਪਤਿਸਮੇ ਦੇ ਨਾਲ ਸਾਨੂੰ ਲੱਭ ਜਾਂਦੇ। ਇਸ ਲਈ ਭੈਣ ਭਰਾਓ, ਸਾਰੀ ਬਾਈਬਲ ਦੇ ਵਿੱਚ ਕਿਤੇ ਤਸਲੀਸ ਹੈ ਨਹੀਂ ਹੈ। ਆਮੀਨ। ਔਰ ਇੱਕ ਪਰਮੇਸ਼ਵਰ ਆ, ਸਾਰੀ ਬਾਈਬਲ ਸਾਨੂੰ ਗਵਾਹੀ ਦਿੰਦੀ ਹੈ। ਇੱਕੋ ਹੀ ਬਪਤਿਸਮਾ ਹੈ, ਠੀਕ ਹੈ ਜੀ, ਔਰ ਉਹ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੈ। ਔਰ ਜੋ ਅਸੀਂ ਬਾਈਬਲ ਦੇ ਵਿੱਚੋਂ ਪੜ੍ਹਿਆ, ਮੈਂ ਥੋੜੀ ਜਿਹੀ ਉੱਥੇ ਗੱਲ ਕਰਕੇ ਉਸ ਤੋਂ ਬਾਅਦ ਅਸੀਂ ਬੰਦ ਕਰਦੇ ਹਾਂ। ਔਰ ਜੋ ਅਸੀਂ ਇਸ ਸੰਦੇਸ਼ ਦੇ ਵਿੱਚੋਂ ਗੱਲ ਕਰ ਰਹੇ, ਪਰਮੇਸ਼ਵਰ ਇੱਕ ਹੈ। ਔਰ ਉੱਥੇ ਨਬੀ ਕਹਿ ਰਿਹਾ ਕਿ ਇਹ ਜਿਹੜਾ ਸੂਬੇਦਾਰ ਸੀ, ਉਹਨੇ ਕਿਹਾ ਮੈਂ ਇਹਦੇ ਰਵੱਈਏ ਨੂੰ ਬੜਾ ਪਸੰਦ ਕਰਦਾ ਹਾਂ। ਸੂਬੇਦਾਰ ਦੇ ਨਬੀ ਨੇ ਕਿਹਾ, ਹਾਂਜੀ, ਉਹਨੇ ਕਿਹਾ ਕਿ ਇਸ ਬੰਦੇ ਨੇ ਆਪਣੇ ਆਪ ਨੂੰ ਅਯੋਗ ਸਮਝਿਆ। ਬਹੁਤ। ਔਰ ਕਈ ਵਾਰੀ ਹੁਣ ਸੁਣੇ ਸਾਰੇ ਸਮਝਾਉਣੀ ਸਾਰਿਆਂ ਨੂੰ। ਔਰ ਜਦੋਂ
ਨਬੀ ਨੇ ਕਿਹਾ ਅਸੀਂ ਆਪਣੇ ਆਪ ਨੂੰ ਅਯੋਗ ਸਮਝਦੇ ਹਾਂ, ਹਾਂ, ਬਹੁਤ ਅਸੀਂ ਆਪਣੇ ਆਪ ਨੂੰ ਇਸ ਲਾਇਕ ਹੀ ਨਹੀਂ ਸਮਝਦੇ। ਖਾਲੀ। ਹਾਂਜੀ, ਯਾਦ ਅਸੀਂ ਆਪਣੇ ਆਪ ਨੂੰ ਖਾਲੀ ਕਰ ਦਿੰਦੇ ਆ। ਭਾਈ ਰੋਸ਼ਨ ਸੰਦੇਸ਼ ਪ੍ਰਚਾਰ ਕਰ ਰਹੇ ਸਨ, ਪਰ ਪਰਮੇਸ਼ਵਰ ਫਿਰ ਬੰਦੇ ਨੂੰ ਇਸਤੇਮਾਲ ਹਾਂ, ਕਰਦਾ। ਫੇਰ ਭਰਦਾ। ਉਹ ਕਹਿ ਰਹੇ ਸਨ ਕਿ ਜਦੋਂ ਕੋਈ ਬੰਦਾ ਕਿਸੇ ਸਿੱਖਿਆ ਦੇ ਨਾਲ ਭਰਿਆ ਹੁੰਦਾ, ਪਰਮੇਸ਼ਵਰ ਉਹਨੂੰ ਇਸਤੇਮਾਲ ਨਹੀਂ ਕਰਦਾ। ਜਦੋਂ ਕਿਸੇ ਗਿਆਨ ਦੇ ਨਾਲ ਜਾਂ ਕਿਸੇ ਗਿਫਟਾਂ ਦੇ ਨਾਲ ਭਰਿਆ ਹੁੰਦਾ, ਫਿਰ ਪਰਮੇਸ਼ਵਰ ਉਹਨੂੰ ਇਸਤੇਮਾਲ ਨਹੀਂ ਕਰਦਾ। ਔਰ ਇੱਥੇ ਨਬੀ ਕਹਿ ਰਿਹਾ ਕਿ ਮੈਂ ਉਹ ਸੂਬੇਦਾਰ ਦੇ ਰਵੱਈਏ ਨੂੰ ਪਸੰਦ ਕਰਦਾ ਹਾਂ, ਜਿਹੜਾ ਆਪਣੇ ਆਪ ਨੂੰ ਉਹਨੇ ਅਯੋਗ ਸਮਝਿਆ। ਔਰ ਇੱਥੋਂ ਤੱਕ ਉਹਨੇ ਕਿਹਾ ਕਿ ਪ੍ਰਭੂ ਮੈਂ ਇਸ ਯੋਗ ਵੀ ਨਹੀਂ ਹਾਂ ਕਿ ਤੂੰ ਮੇਰੀ ਛੱਤ ਹੇਠ ਆਵੇਂ, ਔਰ ਨਾ ਹੀ ਮੈਂ ਇਸ ਯੋਗ ਹਾਂ ਕਿ ਮੈਂ ਤੇਰੇ ਕੋਲ ਆਵਾਂ। ਔਰ ਜਾਂ ਦੂਜੇ ਲਫ਼ਜ਼ਾਂ ਵਿੱਚ ਮੈਂ ਆਪਣੇ ਨੌਕਰ ਨੂੰ ਤੇਰੇ ਕੋਲ ਲਿਆਵਾਂ, ਤੂੰ ਉਹਦੇ ਤੇ ਹੱਥ ਰੱਖੇ, ਤੂੰ ਉਹਦੇ ਲਈ ਪ੍ਰਾਰਥਨਾ ਕਰੇ, ਪਰ ਤੂੰ ਇੱਕ ਸ਼ਬਦ ਹੀ ਕਹਿ ਕਿ ਮੇਰਾ ਸ਼ੁਕਰ ਚੰਗਾ ਹੋ ਜਾਏ। ਹਾਲੇਲੂਇਆ, ਹਾਲੇਲੂਇਆ। ਕੀ ਭੈਣ ਭਰਾਵੋ, ਏਦਾਂ ਦਾ ਵਿਸ਼ਵਾਸ ਯਿਸੂ ਮਸੀਹ ਨੇ ਕਿਹਾ ਉਹ ਸਾਰੇ ਇਜ਼ਰਾਈਲ ਦੇ ਵਿੱਚ ਨਹੀਂ ਲੱਭਦਾ। ਇਸ ਲੋੜ ਨਹੀਂ ਹੈ ਸਾਨੂੰ ਏਦਾਂ ਦੇ ਵਿਸ਼ਵਾਸ ਦੀ ਕਿ ਅਸੀਂ ਪ੍ਰਭੂ ਨੂੰ ਕਹੀਏ ਕਿ ਪ੍ਰਭੂ ਬਸ ਇੱਕ ਸ਼ਬਦ ਹੀ ਤੇਰਾ ਕਾਫੀ ਹੈ। ਇੱਕੋ ਹੀ ਵਿਸ਼ਵਾਸ ਰੱਖੋ। ਹਾਲੇਲੂਇਆ। ਮੈਂ ਇਸ ਗੱਲ ਨੂੰ ਹੋਰ ਇੱਕ ਵਾਰੀ ਕਰਨਾ ਚਾਹੁੰਦਾ ਹਾਂ। ਨਬੀ ਨੇ ਕਿਹਾ ਕਿ ਇਹ ਵਧੀਆ ਗੱਲ ਸੀ ਜੋ ਉਹਦਾ ਰਵੱਈਆ ਮੈਨੂੰ ਪਸੰਦ ਆਇਆ। ਬਹੁਤ ਵਧੀਆ। ਉਹਨੇ ਆਪਣੇ ਆਪ ਨੂੰ ਅਯੋਗ ਸਮਝਿਆ। ਉਹਨੇ ਆਪਣੇ ਆਪ ਨੂੰ ਇਸ ਲਾਇਕ ਵੀ ਨਹੀਂ ਸਮਝਿਆ ਕਿ ਪ੍ਰਭੂ ਮੇਰੇ ਘਰ ਦੇ ਵਿੱਚ ਆਵੇ, ਮੇਰੀ ਸ਼ਰਤ ਨਹੀਂ ਵਧੀਆ। ਹਾਂਜੀ, ਉਹ ਨਬੀ ਇੱਥੇ ਕਹਿੰਦਾ ਕਿ ਅਗਰ ਤੁਸੀਂ ਆਪਣੇ ਆਪ ਨੂੰ ਅਯੋਗ ਸਮਝਦੇ ਹੋ ਔਰ ਤੁਸੀਂ ਜੋ ਪਰਮੇਸ਼ਵਰ ਤੋਂ ਮੰਗ ਕਰਦੇ ਹੋ ਉਹ ਫਿਰ ਤੁਸੀਂ ਪਰਮੇਸ਼ਵਰ ਤੋਂ ਪਾ ਲੈਂਦੇ ਹੋ। ਪਰ ਅਗਰ ਤੁਸੀਂ ਸੋਚਦੇ ਹੋ ਕਿ ਉਹ ਮੈਂ ਦਾਨ ਬੜਾ ਕਰਦਾ ਚਰਚ ਦੇ ਵਿੱਚ, ਜਾਂ ਕਰਦੀ ਆ, ਜਾਂ ਮੈਂ ਸੌਂਗ ਲੀਡਰ ਆ, ਠੀਕ ਹੈ, ਜਾਂ ਮੈਂ ਦਸਵੰਧ ਦਿੰਦਾ ਬੜਾ ਜਾਂ ਦਿੰਦੀ ਆ, ਜਾਂ ਮੈਂ ਚਰਚ ਵਿੱਚ ਦਰੀਆਂ ਵਿਛਾਉਂਦਾ ਆ, ਸੇਵਾ ਬੜੀ ਕਰਦਾ, ਹੋਰ ਕੋਈ ਕਰਦਾ ਹੀ ਨਹੀਂ, ਜਾਂ ਮੈਂ ਚਾਹ ਬਣਾਉਂਦੀ ਆ, ਬਰਤਨ ਸਾਫ਼ ਕਰਦੀ ਆ। ਠੀਕ ਹੈ, ਵਧੀਆ ਵਧੀਆ। ਆਮੀਨ। ਉਹਨੇ ਕਿਹਾ ਕਿ ਅਗਰ ਤੁਸੀਂ ਇਸ ਤਰੀਕੇ ਦੇ ਨਾਲ ਸੋਚਦੇ ਹੋ ਕਿ ਇਹ ਤਰੀਕਾ ਉਹ ਮੈਂ ਦਾਨ ਕਰਦਾ, ਦਸਵੰਧ ਦੇਣਾ, ਦਰੀਆਂ ਵਿਛਾਉਣਾ, ਸਾਰੇ ਕੰਮ ਕਰਦਾ ਤੇ ਇਹਦੇ ਬਦਲੇ ਮੈਨੂੰ ਪਰਮੇਸ਼ਵਰ ਦੇਵੇਗਾ, ਨਬੀ ਨੇ ਕਿਹਾ ਏਦਾਂ ਨਹੀਂ ਆ। ਇਹ ਯੋਗ ਤਰੀਕਾ ਨਹੀਂ ਆ ਪਰਮੇਸ਼ਵਰ ਤੋਂ ਚੀਜ਼ਾਂ ਪਾਉਣ ਦਾ। ਆਮੀਨ। ਨਬੀ ਨੇ ਕਿਹਾ ਕਿ ਅਸੀਂ ਪਰਮੇਸ਼ਵਰ ਸਾਡਾ ਕਰਜ਼ਦਾਰ ਨਹੀਂ ਆ, ਅਸੀਂ ਪਰਮੇਸ਼ਵਰ ਦੇ ਕਰਜ਼ਦਾਰ ਹਾਂ। ਉਹਨੇ ਸਾਨੂੰ ਖੂਨ ਦੇ ਕੇ ਖਰੀਦਿਆ ਹੈ। ਆਮੀਨ। ਕਿੰਨੇ ਆਮੀਨ ਕਹਿ ਸਕਦੇ? ਹਾਲੇਲੂਇਆ। ਉੱਚੀ ਬੋਲਦੇ ਹਾਲੇਲੂਇਆ। ਸਭ ਤਾੜੀ ਲਾਵਾਂਗੇ, ਤਾੜੀ। ਹਾਲੇਲੂਇਆ। ਆਮੀਨ। ਔਰ ਇਸ ਲਈ ਜਿਹੜਾ ਰੋਮੀ ਸੂਬੇਦਾਰ ਸੀ ਉਹਨੇ ਕਿਹਾ ਕਿ ਪ੍ਰਭੂ ਮੈਂ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਦੇ ਹੇਠ ਆਵੇਂ, ਔਰ ਨਾ ਹੀ ਮੈਂ ਯੋਗ ਹੈ ਤੇਰੇ ਸਾਹਮਣੇ ਆਉਣ ਦੇ। ਇਹ ਨਿੱਕੀ ਗੱਲ ਹੈ। ਆਪਣੇ ਆਪ ਨੂੰ ਇੰਨਾ ਉਹਨੇ ਛੋਟਾ ਕਰ ਲਿਆ, ਨੀਵਾਂ ਕਰ ਲਿਆ। ਔਰ ਭੈਣ ਭਰਾਵੋ, ਜਦ ਤੱਕ ਅਸੀਂ ਨੀਵੇਂ ਨਹੀਂ ਹੁੰਦੇ ਪਰਮੇਸ਼ਵਰ ਸਾਨੂੰ ਬਰਕਤਾਂ ਨਹੀਂ ਦੇ ਸਕਦਾ। ਉਹ ਔਰਤ ਦੇ ਬਾਰੇ ਤੁਸੀਂ ਧਿਆਨ ਦਿਓ, ਕਿੰਨੀ ਨੀਵੀਂ ਹੋ ਗਈ, ਜਿਹਨੂੰ ਯਿਸੂ ਮਸੀਹ ਨੇ ਕਿਹਾ ਕਿ ਬਾਲਕਾਂ ਦੀ ਰੋਟੀ ਕੁੱਤਿਆਂ ਨੂੰ ਪਾਉਣਾ ਯੋਗ ਨਹੀਂ ਹੈ। ਉਹਨੇ ਉੱਥੇ ਤੁਰ ਨੇ ਕੀਤਾ, ਬੋੜ ਨੇ ਕੀਤਾ, ਹੈ ਤੂੰ ਮੈਨੂੰ ਤੂੰ ਕਿਹਾ ਤੂੰ ਨਾ ਦਵਾ ਕਰ, ਹਾਂਜੀ ਮੈਂ ਚੱਲੀ ਹੁਣ। ਉਹਨੇ ਏਦਾਂ ਨਹੀਂ ਕਿਹਾ, ਉਹਨੇ ਕਿਹਾ ਪ੍ਰਭੂ ਠੀਕ ਹੈ ਜੋ ਤੂੰ ਕਹਿੰਦਾ ਆ, ਬਿਲਕੁਲ। ਬਾਲਕਾਂ ਦੀ ਰੋਟੀ ਤੂੰ ਬਾਲਕਾਂ ਨੂੰ ਦੇ, ਪਰ ਜਿਹੜਾ ਉਹਦਾ ਚੂਰਾ ਪੂਰਾ ਆ ਉਹੋ ਹੀ ਤੂੰ ਮੈਨੂੰ ਦੇ ਦੇ। ਆਮੀਨ। ਇਹ ਨਮਰਤਾ ਭੈਣ ਭਰਾਵੋ, ਔਰ ਜਦ ਇੰਨੇ ਅਸੀਂ ਨਮਰ ਹੋ ਜਾਂਦੇ ਹਾਂ ਫਿਰ ਪਰਮੇਸ਼ਵਰ ਵੀ ਬਰਕਤ ਦੇਣ ਤੋਂ ਬਿਨਾਂ ਸਾਨੂੰ ਨਹੀਂ ਰਹਿ ਸਕਦਾ। ਆਮੀਨ। ਹਾਲੇਲੂਇਆ। ਬਚ ਜਾਂਦਾ ਹੈ। ਹਾਲੇਲੂਇਆ।
ਚਾਹੁੰਦੇ ਹੋ ਉਹਨੇ ਆਖਿਆ ਕਿ ਉਹਨੂੰ ਪਤਾ ਸੀ ਕਿ ਪਰਮੇਸ਼ਵਰ ਦੇ ਕੋਲ ਇਹ ਅਧਿਕਾਰ ਆ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਇਹ ਪਰਮੇਸ਼ਵਰ ਦੇ ਕੋਲ ਅਧਿਕਾਰ ਆ ਔਰ ਉਹਨੇ ਕਿਹਾ ਕਿ ਜਿੱਦਾਂ ਮੈਂ ਆਪਣੇ ਨੌਕਰਾਂ ਤੇ ਅਖਤਿਆਰ ਰੱਖਦਾ ਹਾਂ ਜਿੱਦਾਂ ਮੈਂ ਯਾਦੀ ਕਿਸੇ ਨੌਕਰ ਨੂੰ ਕਹਿੰਦਾ ਕਿ ਤੂੰ ਆ ਉਹ ਆ ਜਾਂਦਾ ਹੈ ਜਦੋਂ ਮੈਂ ਕਿਸੇ ਨੌਕਰ ਨੂੰ ਕਹਿੰਦਾ ਕਿ ਜਾ ਉਹ ਚਲਾ ਜਾਂਦਾ ਹੈ ਕਹਿਣ ਦਾ ਮਤਲਬ ਕਿ ਮੈਂ ਜਿੱਦਾਂ ਆਪਣੇ ਨੌਕਰਾਂ ਤੇ ਮੈਨੂੰ ਅਖਤਿਆਰ ਆ ਉਸੇ ਤਰ੍ਹਾਂ ਤੈਨੂੰ ਵੀ ਅਖਤਿਆਰ ਹੈ ਕਿ ਤੂੰ ਵਿਸ਼ਵਾਸ ਕਰਦੇ ਕਿ ਪਰਮੇਸ਼ਵਰ ਨੂੰ ਹਰ ਇੱਕ ਚੀਜ਼ ਤੇ ਅਖਤਿਆਰ ਹੈ ਆਮੀਨ ਹਾਲੇਲੂਇਆ ਉਹ ਜੇ ਤੁਸੀਂ ਕਹੋ ਕਿ ਪ੍ਰਭੂ ਮੈਨੂੰ ਆ ਮੁਸ਼ਕਲ ਆ ਮੇਰੀ ਬਿਮਾਰੀ ਆ ਕਿ ਪ੍ਰਭੂ ਦੇ ਵਿੱਚ ਉਨੀ ਸਾਮਰਥ ਅੱਜ ਨਹੀਂ ਆ ਕੁਝ ਉਨੀ ਸਾਮਰਥ ਹੈ ਉਹ ਨਹੀਂ ਘਟਣੀ ਸਾਡੇ 'ਚ ਘਟਣੀ ਹਾਂਜੀ ਆਮੀਨ ਪਰ ਲੋੜ ਹੈ ਸਾਨੂੰ ਇਸ ਬੰਦੇ ਦੇ ਵਿਸ਼ਵਾਸ ਵਰਗੇ ਵਿਸ਼ਵਾਸ ਦੀ ਜਿਹੜਾ ਕਹੇ ਕਿ ਪ੍ਰਭੂ ਬਸ ਤੂੰ ਸ਼ਬਦ ਹੀ ਕਹਿ ਤਾਂ ਮੇਰਾ ਨੌਕਰ ਚੰਗਾ ਹੋ ਜਾਏ ਹਾਲੇਲੂਇਆ ਹਾਲੇਲੂਇਆ ਆਮੀਨ ਆਮੀਨ ਉਹਨੇ ਪਰਮੇਸ਼ਵਰ ਸੀ ਜੋ ਉੱਥੇ ਅਖਤਿਆਰ ਦੇ ਨਾਲ ਖੜਾ ਸੀ ਆਮੀਨ और थोड़ी देर ली हो और वो कह रहे हैं कि जितना मैनू अधिकार है अपने नौकरां ते मैं सिपाहियां नू कहना है मैं उन्हां ते अख्तियार रखदा है मैं कहना सिपाहियां नू आ ते आउंदा जे मैं कहना दूजे नू कहना कि जा तो चला जाता है और यीशु मसीह ने यदि ये गल नू सुनिया तो यीशु मसीह खुद हैरान हो गया आमीन और उन्हें भीड़ के वाल निगाह मारी और उन्हें कहा मैं तुहानू आखदा कि जो इजराइल दे विच मैं एडी वड्डी नेचा नहीं वेखदा आमीन और जो बंदे ने भेजे सन और उन्होंने कहा मुड़ जाओ नौकर चंगा हो गया हालेलुया हालेलुया इसलिए भैन भराओ जब ਅਸੀਂ ਬਿਲਕੁਲ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ ਤੇ ਪਰਮੇਸ਼ਵਰ ਅਜਿਹੇ ਵਿਸ਼ਵਾਸ ਦੀ ਸਾਡੇ ਤੋਂ ਮੰਗ ਕਰਦਾ ਹੈ ਨਬੀ 28 ਨੰਬਰ ਪੈਰੇ ਦੇ ਵਿੱਚ 29 ਦੇ ਵਿੱਚ ਉਹਦੇ ਕੋਲ ਇੱਕ ਔਰਤ ਆਈ ਔਰ ਉਹ ਔਰਤ ਦੇ ਜਿੱਦਾਂ ਅਸੀਂ ਤੁਰਦੇ ਹਾਂ ਉਹ ਅਪਾਹਜ ਸੀ ਔਰ ਉਹਨੇ ਜਿੱਦਾਂ ਸੋਟਾ ਹੁੰਦਾ ਜਾਂ ਪੌੜੀ ਹੁੰਦੀ वो लैके तुर गई सी और जब वो नबी दे कोल आई और नबी ने कहा कि तू विश्वास करदी है कि प्रभु तेनू चंगिया कर सकता उन्हें कहा हाँ मैं विश्वास करदी हूं और नबी ने कहा कि यह चीज नू सुट दे तू चलना शुरू कर उन्हें कहा कि मैं 2 साल हो गए इस तरह तुरदी नू ਉਹਨੇ ਕਿਹਾ ਫਿਰ ਤੂੰ ਚੰਗੀ ਨਹੀਂ ਹੋ ਸਕਦੀ ਹਾਂ ਕਹਿੰਦੀ ਹੈ ਕਿ ਮੈਂ ਵਿਸ਼ਵਾਸ ਕਰਦੀ ਹਾਂ ਪਰ ਉਹਨੇ ਕਿਹਾ ਫਿਰ ਤੂੰ ਇਦਾਂ ਹੀ ਜਾ ਉਹ ਚੰਗੀ ਨਹੀਂ ਹੋਈ ਪਰ ਇਹਨੇ ਕਿਹਾ 20 ਮਿੰਟ ਬਾਅਦ 3 ਨੰਬਰ ਪੈਰੇ ਦੇ ਵਿੱਚ 20 ਮਿੰਟ ਬਾਅਦ ਇੱਕ ਹੋਰ ਔਰਤ ਉੱਥੇ ਆਈ ਔਰ ਉਹ ਵੀ ਅਪਾਹਜ ਸੀ ਉਹਦੇ ਵੀ ਪੌੜੀ ਸੀ ਕੱਛ ਦੇ ਵਿੱਚ ਇੱਧਰ ਵੇਖ ਲਓ ਹਾਂਜੀ और ਉਹਦੇ ਕੱਛ ਦੇ ਵਿੱਚ ਪੌੜੀ ਸੀ ਉਹਦੇ ਨਾਲ ਤੁਰ ਰਹੀ ਸੀ ਔਰ ਉਹਨੇ ਕਿਹਾ ਕੀ ਤੂੰ ਵਿਸ਼ਵਾਸ ਕਰਦੀ ਆ ਉਹਨੇ ਕਿਹਾ ਹਾਂ ਮੈਂ ਵਿਸ਼ਵਾਸ ਕਰਦੀ ਹਾਂ ਉਹਨੇ ਕਿਹਾ ਸੁੱਟ ਦੇ ਤੇ ਤੁਰ ਔਰ ਯਾਦੀ ਉਹਨੇ ਸੁੱਟਿਆ ਉਹਨੇ ਤੁਰਨਾ ਸ਼ੁਰੂ ਕਰ ਦਿੱਤਾ ਆਮੀਨ ਇਹ ਆ ਭੈਣ ਭਰਾਓ ਵਿਸ਼ਵਾਸ ਔਰ ਅਗਰ ਤੁਸੀਂ ਅੱਗੇ ਕਈ ਵਾਰੀ ਕੀ ਹੁੰਦਾ कई बार भाई वीर कहते हैं कि ब्याह के बारे कहते भाई जी पैसा कोई नहीं है ब्याह करना तो भाई वीर कहते कि तुम खुद गवाही दोगे कि एक चीज की भी कमी नहीं आई ते अगर तुम विश्वास करते हो
ਤੇ ਫਿਰ ਪਰਮੇਸ਼ਵਰ ਨੇ ਉਦਾਂ ਹੀ ਕਰਨਾ ਹੈ। ਹਾਂ ਔਰ ਤੁਸੀਂ ਭੈਣੋ ਜਾਂ ਭਰਾਵੋ ਖੁਦ ਗਵਾਹੀਆਂ ਆਣ ਕੇ ਇਸ ਜਗ੍ਹਾ ਤੇ ਦਿੰਦੇ ਕਿ ਵਾਕਿਆ ਹੀ ਪੈਸੇ ਘਟੇ ਨਹੀਂ ਵਧੇ। ਤੇ ਅਗਰ ਤੁਸੀਂ ਕਹੋ ਕਿ ਉਹ ਬੰਦੇ ਨੇ ਮੂੰਹ ਚ ਬੋਲਿਆ, ਏਦਾਂ ਬੰਦਾ ਹੀ ਨਹੀਂ ਹੋ ਸੀ। ਸਕਦਾ, ਤੇ ਉਹ ਫਿਰ ਔਰਤ ਦੇ ਵਾਂਗੂ ਤੁਹਾਨੂੰ ਫਿਰ ਉਦਾਂ ਹੀ ਜਾਣਾ ਪੈਣਾ। ਪਰ ਅਗਰ ਤੁਸੀਂ ਉਹ ਬੇਪਰਤੀਤੀ ਨੂੰ, ਉਹ ਪੌੜੀ ਨੂੰ ਸੁੱਟ ਦਿੱਤਾ, ਪਰਮੇਸ਼ਵਰ ਤੁਹਾਨੂੰ ਉਸੇ ਵੇਲੇ ਚੰਗਾ ਕਰੇਗਾ, ਤੁਹਾਡੀ ਉਸੇ ਵੇਲੇ ਲੋੜ ਜ਼ਰੂਰਤ ਨੂੰ ਪੂਰਾ ਕਰੇਗਾ। ਅਗਰ ਅੱਜ ਹੀ ਤੁਸੀਂ ਇਹ ਚੀਜ਼ ਨੂੰ ਕਰਕੇ ਵੇਖ ਸਕਦੇ ਹੋ। ਪਰਮੇਸ਼ਵਰ ਸੱਚਾ ਪਰਮੇਸ਼ਵਰ। ਆਮੀਨ। ਹਾਲੇਲੂਇਆ। ਹਾਲੇਲੂਇਆ। ਸੋ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਸਭ ਭਾਈ ਲੂਕ ਸਭ ਦਾ ਦੇ ਹੈ ਜੀ। ਲੂਕ